ਸੱਜਣੋ ਤੇ ਮਿੱਤਰੋ, ਪੰਜਾਬੀ ਬੈਠਕ ਦੇ ਇੱਕ ਹੋਰ ਪ੍ਰੋਗਰਾਮ ਦੇ ਨਾਲ ਇੱਕ ਹੋਰ ਸ਼ਖਸੀਅਤ ਤੇ ਇੱਕ ਹੋਰ ਬਹੁਤ ਹੀ ਸਾਡੇ ਐਸੇ ਮਹਿਮਾਨ ਨੇ ਅਸੀਂ ਆਪਣੇ ਪ੍ਰੋਗਰਾਮ 'ਚ ਬੁਲਾਏ ਨੇ ਗਿਨੀ ਟੀਵੀ ਦੇ ਉੱਤੇ ਕਿ ਤੁਸੀਂ ਦੇਖੋਗੇ ਕਿ ਪਿਛਲੀ ਵਾਰੀ ਗੱਲਬਾਤ ਹੋਈ ਸਾਡੀ ਸਾਡੇ ਜਿਹੜੇ ਕਿ ਯੂਕੇ ਦੇ ਵਿੱਚ ਪੰਜਾਬੀ ਦੇ ਕਰਤਾ ਧਰਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਲੈਂਗੁਏਜਸ ਦੇ ਬਾਰੇ 'ਚ ਡਾਇਰੈਕਟਰ ਸਨ। ਅੱਜ ਅਸੀਂ ਪਾਕਿਸਤਾਨ ਤੋਂ ਇੱਕ ਆਪਣੇ ਪੰਜਾਬੀ ਪ੍ਰਾਹੁਣਿਆਂ ਨੂੰ ਇੱਥੇ ਦਾਵਤ ਦਿੱਤੀ ਹੈ ਗਿਮੀ ਟੀਵੀ ਉੱਤੇ ਤੇ ਸਿਲਸਿਲਾ ਸਾਡਾ ਉਸੇ ਤਰ੍ਹਾਂ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਕਿਸ ਤਰ੍ਹਾਂ ਸਾਡੀ ਪ੍ਰਾਈਡ ਹੈ ਤੇ ਅਸੀਂ ਉਹਨੂੰ ਹੋਰ ਕਿੱਥੇ ਜਿੱਥੇ ਜਿੱਥੇ ਸਾਡੇ ਪਾਕਿਸਤਾਨੀ ਪੰਜਾਬੀ ਭਾਈ ਨੇ ਥੋੜੇ ਜਿਹੇ ਹਲਕੇ ਫੁਲਕੇ ਸੁੱਤੇ ਹੋਏ ਨੇ ਉਹਨਾਂ ਨੂੰ ਅਸੀਂ ਜਗਾਉਣਾ ਹੈ, ਜਿੱਥੇ ਜਿੱਥੇ ਸਾਡੀਆਂ ਭੈਣਾਂ ਨੇ ਔਰ ਉਹ ਜਿੱਥੇ ਜਿੱਥੇ ਵੀ ਦੁਨੀਆ 'ਚ ਬੈਠੇ ਹੈ ਅਸੀਂ ਉਹਨਾਂ ਨਾਲ ਵੀ ਇਹ ਇੱਕ ਸਾਡਾ ਇੱਕ ਤਰ੍ਹਾਂ ਦੀ ਤਹਿਰੀਕ ਹੀ ਹੈ, ਤੁਹਾਨੂੰ ਪਹਿਲੇ ਵੀ ਦੱਸਿਆ ਸੀ। ਤੇ ਆਓ ਕੁਛ ਵੀ ਗੱਲਬਾਤ ਕਰਨ ਤੋਂ ਪਹਿਲੇ ਅੱਜ ਦੇ ਸਾਡੇ ਜਿਹੜੇ ਇਸ ਪੰਜਾਬੀ ਬੈਠਕ ਦੇ ਮਹਿਮਾਨ ਨੇ ਉਹ ਹੈਗੇ ਜੇ ਪ੍ਰੋਫੈਸਰ ਡਾਕਟਰ ਅਖਤਰ ਹੁਸੈਨ ਸਿੰਧੂ ਸਾਹਿਬ ਤੇ ਵੈਲਕਮ ਕਰਦੇ ਹਾਂ। ਵੈਲਕਮ ਸਰ। ਵੈਲਕਮ ਬਹੁਤ ਮਿਹਰਬਾਨੀ ਕਿ ਤੁਸੀਂ ਤਸ਼ਰੀਫ ਲਿਆਏ ਜੀ। ਔਰ ਬਹੁਤ ਸ਼ੁਕਰੀਆ ਖਵਾਤੀਨ ਹਜ਼ਰਾਤ, ਮੇਰੇ ਉਹ ਨਾਜ਼ਰੀਨ, ਮੇਰੇ ਉਹ ਵਿਊਅਰਸ ਜਿਹੜੇ ਕਿ ਗਿਮੀ ਟੀਵੀ ਦੇ ਉੱਤੇ ਅੱਜ ਪਹਿਲੀ ਵਾਰੀ ਪੰਜਾਬੀ ਬੈਠਕ ਦੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ YouTube ਤੇ ਗਿਮੀ ਟੀਵੀ ਨੂੰ ਸਬਸਕ੍ਰਾਈਬ ਵੀ ਕਰੋ, ਦਿਲ ਕਰੇ ਤੇ ਕੋਈ ਚੰਗਾ ਜਿਹਾ ਕਮੈਂਟ ਵੀ ਕਰ ਦਿਓ ਤੇ ਜੇ ਦਿਲ ਨਾ ਕਰੇ ਕੋਈ ਸਾਡੀ ਗੱਲ ਬੁਰੀ ਲੱਗੇ ਤੇ ਫਿਰ ਵੀ ਤੁਸੀਂ ਆਪਣਾ ਖਿਆਲਾਤ ਦਾ ਇਜ਼ਹਾਰ ਕਰ ਸਕਦੇ ਹੋ। ਸਾਡੇ ਦਿਲ ਬੜੇ ਵੱਡੇ ਨੇ, ਅਸੀਂ ਜ਼ਰੂਰ ਤੁਹਾਡੀ ਓਪੀਨੀਅਨ ਨੂੰ ਵੈਲਿਊ ਕਰਾਂਗੇ। ਤੇ ਤੁਹਾਨੂੰ ਮੈਂ ਦੱਸਦੀ ਜਾਵਾਂ ਕਿ ਪ੍ਰੋਫੈਸਰ ਡਾਕਟਰ ਅਖਤਰ ਹੁਸੈਨ ਸਿੰਧੂ ਸਾਹਿਬ ਜਿਹੜੇ ਨੇ ਇਹ ਕੋਈ ਮਾਮੂਲੀ ਸ਼ਖਸੀਅਤ ਨਹੀਂ ਨੇ। ਇਹ ਜੀ ਵਾਈਸ ਪ੍ਰਿੰਸੀਪਲ ਨੇ ਇਸਲਾਮੀਆ ਕਾਲਜ ਸਿਵਲ ਲਾਈਨਸ ਲਾਹੌਰ ਦੇ, ਉਸ ਤੋਂ ਇਲਾਵਾ 7 ਕਿਤਾਬਾਂ ਦੇ ਲਿਖਾਰੀ ਨੇ, ਕਾਲਮ ਵੀ ਲਿਖਦੇ ਨੇ, ਨਿਊਜ਼ ਐਨਾਲਿਸਟ ਵੀ ਨੇ ਤੇ ਬੇਸਿਕਲੀ ਹਿਸਟੋਰੀਅਨ ਨੇ। ਇਹਨਾਂ ਦਾ ਸਬਜੈਕਟ ਜਿਹੜਾ ਹੈ ਉਹ ਹਿਸਟਰੀ ਹੈ ਔਰ ਹਿਸਟਰੀ ਵੀ ਇਹਨਾਂ ਨੇ ਕਿਹੜੀ ਕਿਹੜੀ ਕੀਤੀ ਹੈ, ਪੜ੍ਹਿਆ ਹੈ ਤੇ ਬੜਾ ਕੁਝ ਕੰਮ ਕੀਤਾ ਹੈ। ਇੱਥੇ ਆਏ ਸਨ, ਯੂਕੇ ਦੇ ਵਿੱਚ ਵੀ ਹੈ, ਇਹਨਾਂ ਨੇ ਆਪਣਾ ਪੜ੍ਹਨ ਵਾਸਤੇ ਆਏ ਸਨ, ਇੱਥੇ ਵੀ ਇਹਨਾਂ ਦਾ ਬਹੁਤ ਐਕਸਪੀਰੀਅੰਸ ਹੈ। ਤੇ ਅੱਜ ਅਸੀਂ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਤੇ ਆਪਣੀ ਮਾਂ ਬੋਲੀ ਦੇ ਹਵਾਲੇ ਨਾਲ ਬਹੁਤ ਸਾਰੇ ਮੇਰੇ ਜ਼ਿਹਨ 'ਚ ਸਵਾਲ ਨੇ ਜਿਹੜੇ ਕਿ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਕਰਨੇ ਨੇ ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਾਂਗੀ। ਤੇ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਕੀ ਵਜ੍ਹਾ ਹੈ ਕਿ ਆਪਣੇ ਪਾਕਿਸਤਾਨੀ ਪੰਜਾਬੀ ਜਿਹੜੇ ਨੇ ਉਹ ਥੋੜੇ ਜਿਹੇ ਕਿਉਂ ਹਲੇ ਸੁੱਤੇ ਹੋਏ ਨੇ, ਮਤਲਬ ਜਾਗਣਾ ਸ਼ੁਰੂ ਹੋ ਗਏ ਨੇ, ਪਰ ਕੀ ਵਜ੍ਹਾ ਹੈ ਕਿ ਸਾਡੇ ਇੱਥੇ ਦੇਖੋ ਸਾਡੇ ਜਿਹੜੇ ਸਿੱਖ ਭੈਣ ਭਰਾ ਨੇ ਉਹ ਯੂਕੇ 'ਚ ਬਹੁਤ ਕੰਮ ਕਰ ਰਹੇ ਨੇ, ਉਹਨਾਂ ਦੇ ਰੇਡੀਓ ਵੀ ਨੇ, ਉਹਨਾਂ ਦੇ ਰਸਾਲੇ ਵੀ ਨੇ, ਉਹਨਾਂ ਦੇ ਮੈਗਜ਼ੀਨ ਵੀ ਨੇ, ਰੇਡੀਓ ਦੇ ਸ਼ੋਅ ਵੀ ਨੇ, ਅਵੇਅਰਨੈਸ ਵੀ ਹੈ। ਅੱਛਾ, ਉਹ ਜਿਹੜੇ ਪਰਿਵਾਰ ਨੇ ਉਹ ਆਪਣੇ ਘਰਾਂ 'ਚ ਆਪਣੇ ਬੱਚਿਆਂ ਨੂੰ ਵੀ ਕੁਝ ਹੋ ਜਾਏ ਪੰਜਾਬੀ ਬੁਲਵਾਨੀ ਉਹਨਾਂ ਨੂੰ, ਤੇ ਇਹ ਕੀ ਵਜ੍ਹਾ ਹੈ? ਸਾਡੇ ਆਪਣੇ ਪਾਕਿਸਤਾਨੀ ਪੰਜਾਬੀ ਨੇ ਜਿਹੜੇ ਉਹ ਉਹਨਾਂ ਵਾਸਤੇ ਇਹ ਪ੍ਰਾਈਡ ਮੂਵਮੈਂਟ ਜਿਹੜਾ ਹੈ ਜਾਂ ਇੱਕ ਸਾਡੀ ਪ੍ਰਾਈਡ ਹੈ ਨਾ, ਇਹ ਉਸ ਤੋਂ ਕਿਉਂ ਥੋੜਾ ਜਿਹਾ ਪਿੱਛੇ ਰਹਿੰਦੇ ਨੇ? ਤੁਸੀਂ ਕੀ ਆਪਣੀ ਰਾਏ ਦਵੋਗੇ? ਜੀ ਸ਼ਗੁਫਤਾ ਜੀ, ਸਭ ਤੋਂ ਪਹਿਲੇ ਤੇ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਬੁਲਾਇਆ, ਤੁਸੀਂ ਸੱਦਾ ਦਿੱਤਾ ਔਰ ਗੱਲ ਕਰਨ ਦਾ ਮੌਕਾ ਦਿੱਤਾ। ਜਿਹੜੇ ਸਾਡੇ ਦੋਸਤ ਪੰਜਾਬੀ ਇੰਗਲੈਂਡ 'ਚ ਬੈਠੇ ਨੇ, ਹਿੰਦੁਸਤਾਨ ਜਾਂ ਕੈਨੇਡਾ ਔਰ ਮੁਖਤਲਿਫ ਮੁਲਕਾਂ 'ਚ ਬੈਠੇ ਨੇ, ਉਹਨਾਂ ਨਾਲ ਗੱਲ ਕਰਨ ਦਾ ਇੱਕ ਮੌਕਾ ਦਿੱਤਾ, ਤੁਹਾਡੀ ਬੜੀ ਮਿਹਰਬਾਨੀ। ਸਵਾਲ ਤੁਸੀਂ ਜਿਹੜਾ ਹੈਗਾ ਉਹ ਬੜਾ ਇੱਕ ਬੁਨਿਆਦੀ ਅਹਿਮੀਅਤ ਦਾ ਸਵਾਲ ਕੀਤਾ ਹੈ ਕਿ ਦਰਅਸਲ ਪੰਜਾਬੀ ਦੇ ਨਾਲ ਪੰਜਾਬੀ ਬਹੁਤ ਵੱਡੀ ਜ਼ੁਬਾਨ ਹੈ ਔਰ ਇਸ ਧਰਤੀ ਦੀ ਜ਼ੁਬਾਨ ਹੈਗੀ ਹੈ। ਔਰ ਉਹਦੇ ਵਿੱਚ ਤੁਸੀਂ ਅਗਰ ਕਿਤਾਬ ਦਾ ਨਾਮ ਐਨੁਲ ਹਕ ਫਰੀਦਕੋਟੀ ਦੀ ਅਗਰ ਕਿਤਾਬ ਤੁਸੀਂ ਪੜ੍ਹੋ ਤੇ ਉਹਨੇ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਜ਼ੁਬਾਨ ਦੇ ਪਿਛੋਕੜ ਦੇ ਬਾਰੇ ਗੱਲਾਂ ਕੀਤੀਆਂ ਹੋਈਆਂ ਨੇ। ਲੇਕਿਨ ਜ਼ੁਬਾਨਾਂ ਦੇ ਵਿੱਚ ਜਿੰਨੀਆਂ ਵੀ ਜ਼ੁਬਾਨਾਂ ਬਾਕੀ ਨੇ ਉਹਨਾਂ ਨੂੰ ਰੂਲਿੰਗ ਐਲੀਟ ਦੀ ਪੈਟਰਨੇਜ ਮਿਲੀ, ਉਹਨਾਂ ਨੂੰ ਹਮੇਸ਼ਾ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਪੈਟਰਨਾਈਜ਼ ਕੀਤਾ ਗਿਆ ਜਿਹੜੀ ਦੂਸਰੀਆਂ ਜ਼ੁਬਾਨਾਂ ਨੇ। ਫॉर एग्जांपल ਸੰਸਕ੍ਰਿਤ ਜਿਹੜੀ ਉਹ ਬ੍ਰਾਹਮਣਾਂ ਦੀ ਜ਼ੁਬਾਨ ਹੈਗੀ ਸੀ
ਔਰ ਉਹਨਾਂ ਨੂੰ ਮੁਸਲਸਲ ਜਿਹੜਾ ਹੈਗੇ ਨੇ ਬ੍ਰਾਹਮਣ ਔਰ ਉਹਨਾਂ ਨੂੰ ਯਾਨੀ ਰਿਲੀਜੀਅਸ ਸਟੇਟਸ ਵੀ ਮਿਲ ਗਿਆ ਔਰ ਉਹਨਾਂ ਨੂੰ ਹਕੂਮਤ ਦਾ ਸਟੇਟਸ ਵੀ ਮਿਲ ਗਿਆ। ਉਸ ਤੋਂ ਬਾਅਦ ਉਰਦੂ ਜਿਹੜੀ ਇਮਰਜ ਹੋਈ ਤੇ ਉਹਨਾਂ ਨੂੰ ਫਾਰਸੀ ਔਰ ਅਰਬੀ ਦਾ ਪੁਸ਼ ਮਿਲਿਆ ਔਰ ਨਾਲ ਹੀ ਉਹਨਾਂ ਨੂੰ ਮੁਗਲਾਂ ਨੇ ਅਡਾਪਟ ਕੀਤਾ ਔਰ ਉਹਨਾਂ ਨੂੰ ਫਿਰ ਰਾਜਿਆਂ ਮਹਾਰਾਜਿਆਂ ਨੇ ਉਹਨਾਂ ਨੂੰ ਇੱਕ ਦਰਬਾਰੀ ਜ਼ੁਬਾਨ ਕਰਾਰ ਦਿੱਤਾ। ਸ਼ਾਇਰਾਂ ਨੂੰ ਵੀ ਉਹਨਾਂ ਨੇ ਹਾਇਰ ਕੀਤਾ ਔਰ ਮੁਖਤਲਿਫ ਲਿਹਾਜ਼ ਨਾਲ ਹਰ ਤਰ੍ਹਾਂ ਦਾ ਉਹਨੂੰ ਜਿਹੜਾ ਸਟੇਟਸ ਦਿੱਤਾ। ਪੰਜਾਬੀ ਜ਼ੁਬਾਨ ਦੇ ਨਾਲ ਇੱਕ ਮਸਲਾ ਇਹ ਰਹਿ ਗਿਆ ਕਿ ਇਹਨੂੰ ਕਦੀ ਸਰਕਾਰੀ ਪੱਧਰ ਦੇ ਉੱਤੇ ਇਹਨੂੰ ਪੈਟਰਨੇਜ ਨਹੀਂ ਮਿਲੀ, ਇਹਨੂੰ ਸਰਪ੍ਰਸਤੀ ਨਹੀਂ ਮਿਲੀ ਔਰ ਇਹਦੀ ਖੂਬਸੂਰਤੀ ਵੀ ਇਹੋ ਹੀ ਹੈਗੀ ਹੈ ਕਿ ਇਹ ਬਗੈਰ ਕਰਚਿਸ ਦੇ ਵਿਸਾਖੀਆਂ ਤੋਂ ਬਗੈਰ ਵੀ ਅੱਜ ਵੀ ਇਹ ਜਿਉਂਦੀ ਹੈ ਔਰ ਆਪਣਾ ਸਿਰ ਕੱਢ ਕੇ ਜਿੰਦੀ ਹੈਗੀ। ਇਹਦਾ ਕਲਾਸੀਕਲ ਲਿਟਰੇਚਰ ਇੰਨਾ ਰਿਚ ਹੈਗਾ ਕਿ ਜਿੰਦਾ ਹਿਸਾਬ ਵੀ ਫॉर एग्जांपल ਉਰਦੂ ਹੈ। ਉਰਦੂ ਦਾ ਕਿੰਨੀ ਗੱਲ ਕਰਦੇ ਹੋ, ਉਰਦੂ ਦੇ ਤੁਸੀਂ ਵੇਖੋ ਬਾਲ ਅਦਬ ਹੈ ਹੀ ਨਹੀਂ ਕਿ ਅਗਰ ਬੱਚਿਆਂ ਨੂੰ ਸੁਣਾਉਣਾ ਹੈ ਜਾਂ ਜਿਹੜਾ ਹੈਗਾ ਨਾ ਫੋਕ ਉਹਦੇ ਵਿੱਚ ਹੈ ਹੀ ਨਹੀਂ ਹੈਗਾ ਕਿਉਂਕਿ ਉਹ ਇੱਕ ਖਾਸ ਸਰਕਲ ਦੀ ਜ਼ੁਬਾਨ ਹੈਗੀ। ਜਦਕਿ ਪੰਜਾਬੀ ਦੇ ਵਿੱਚ ਤੁਸੀਂ ਵੇਖੋ ਮਾਂ ਭੈਣ ਦੇ ਰਿਸ਼ਤੇ, ਭਰਾਵਾਂ ਵੀਰਾਂ ਦੇ ਰਿਸ਼ਤੇ, ਬਾਬਲ ਦੇ ਰਿਸ਼ਤੇ, ਬਾਲਾਂ ਦਾ ਜਿਹੜਾ ਬਾਲਾਂ ਦਾ ਫੋਕ ਅਦਬ ਹੈਗਾ ਹੈ, ਬਾਈਵਾਨਾਂ ਦਾ ਹੈਗਾ ਹੈ, ਮਜ਼ਦੂਰ ਦਾ ਹੈਗਾ ਹੈ, ਹਰ ਤੁਹਾਨੂੰ ਤਬਕੇ ਦੇ ਵਿੱਚ ਦਾ ਜਿਹੜਾ ਲਿਟਰੇਚਰ ਹੈਗਾ ਜਾਂ ਉਹਦਾ ਫੋਕ ਹੈਗਾ ਉਹ ਤੁਹਾਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਮਿਲੇਗਾ। ਮਾਈਏ ਟੱਪੇ ਔਰ ਈਵਨ ਜਿਹੜੀਆਂ ਸਿੱਠਣੀਆਂ ਹੈਗੀਆਂ ਨੇ, ਸਿੱਠਣੀਆਂ ਜਿਹੜੀਆਂ ਨੇ ਕਿ ਤੁਸੀਂ ਵੇਖੋ ਕਿ ਅਜ਼ੀਮ ਗੱਲ ਹੈਗੀ ਕਿ ਸੁਸਾਇਟੀ ਦੇ ਹਰ ਪੱਖ ਨੂੰ ਸਾਡਾ ਪੰਜਾਬੀ ਲਿਟਰੇਚਰ ਜ਼ੁਬਾਨ ਤੇ ਕਲਚਰ ਉਹਨੂੰ ਜਿਹੜਾ ਫੋਕ ਹੈਗਾ ਉਹਨੂੰ ਬਿਲਕੁਲ ਸਹੀ ਕਹਿ ਬਿਲਕੁਲ ਕਿਸੇ ਵੀ ਲਿਟਰੇਚਰ ਨੇ ਇਹਨੂੰ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜਿਹੜਾ ਜਦ ਕਿ ਦਿਸ ਇਜ਼ ਰਿਐਲਿਟੀ ਆਫ ਲਾਈਫ ਔਰ ਉਹਦੇ ਵਿੱਚ ਜਿਹੜਾ ਹੈਗਾ ਕਿ ਜਿਹੜਾ ਤੁਸੀਂ ਅਗਰ ਉਹਦੇ ਵਿੱਚ ਪੜ੍ਹ ਲਵੋ ਪੰਜਾਬੀ ਫੋਕ ਨੂੰ ਤੇ ਨੀ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ ਠੀਕ ਤੋ ਮਸਲਨ ਉਹਨਾਂ ਦੇ ਵਿੱਚ ਜਿਹੜੇ ਹੈਗੇ ਨਾ ਜਿਸ ਵੇਲੇ ਗਿੱਧਾ ਮਾਰਦੀਆਂ ਨੇ ਉਹਦੇ ਵਿੱਚ ਸਾਰੇ ਜਿਹੜੀ ਸਿੱਠਣੀਆਂ ਹੈਗੀਆਂ ਨੇ ਜਿੰਨੀਆਂ ਬੋਲੀਆਂ ਹੈਗੀਆਂ ਨੇ ਉਹਦੇ ਚ ਹਰ ਰਿਸ਼ਤੇ ਦੀ ਨਿੰਦਿਆ ਕਰਨੀ ਹੈ, ਉਹਨੂੰ ਮਜ਼ਾਕ ਕਰਨਾ ਹੈ, ਉਹਨੂੰ ਹਿੱਟ ਕਰਨਾ ਹੈ, ਉਹਨੂੰ ਲਾਈਟ ਵੇ ਦੇ ਵਿੱਚ ਬਿਆਨ ਕਰਨਾ, ਇਹ ਸਾਰਾ ਤੁਹਾਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਮਿਲੇਗਾ। ਪੰਜਾਬੀ ਜ਼ੁਬਾਨ ਦੇ ਵਾਸਤੇ ਇੱਕ ਬਹੁਤ ਵੱਡਾ ਮੌਕਾ ਮਿਲਿਆ ਜਿਲੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਹੁਕਮਰਾਨ ਬਣੇ ਔਰ ਅਫਗਾਨ ਇਲਾਕਿਆਂ ਤੋਂ ਲੈ ਕੇ ਤੇ ਸਤਲੁਜ ਤੱਕ ਛੜੀ ਹੈਗਾ ਸੀ ਪੰਜਾਬ ਸੀ ਕਸ਼ਮੀਰ। ਉਹ ਐਸਾ ਦੌਰ ਸੀ ਕਿ ਜਿੰਦੇ ਵਿੱਚ ਅਸੀਂ ਜਿਹੜਾ ਹੈਗਾ ਸਾਡਾ ਪੰਜਾਬੀ ਹੁਕਮਰਾਨੀ ਦੇ ਵਿੱਚ ਆਈ ਤੇ ਸਾਡੀ ਪੰਜਾਬੀ ਜ਼ੁਬਾਨ ਨੂੰ ਸਰਕਾਰੀ ਪੱਧਰ ਦੇ ਉੱਤੇ ਰਣਜੀਤ ਸਿੰਘ ਨੇ ਸਾਰੀ ਆਪਣੀ ਕੁਵਤ ਜਿਹੜੀ ਹੈ ਉਹ ਲਾਈ ਫਤੂਹਾਤ ਦੇ ਵਿੱਚ ਔਰ ਆਪਣੀ ਮੈਨੇਜਮੈਂਟ ਦੇ ਵਿੱਚ ਔਰ ਫੌਜ ਦੀ ਟ੍ਰੇਨਿੰਗ ਵਾਸਤੇ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਤੁਸੀਂ ਵੇਖੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਉਹ ਅਜ਼ੀਮ ਦੌਰ ਹੈ ਕਿ ਨਾਰਥ ਵਿੱਚੋਂ ਹਮੇਸ਼ਾ ਹਮਲੇ ਹੁੰਦੇ ਸਨ ਜਿਹੜੇ ਫੋਰਨਰ ਹੈਗੇ ਸਨ ਉਹ ਹਮਲਾ ਕਰਦੇ ਸਨ ਲੇਕਿਨ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਇਆ ਉਸ ਤੋਂ ਬਾਅਦ ਕਿਸੇ ਮਾਂ ਦੇ ਪੁੱਤਰ ਦੀ ਜੁਰਤ ਨਹੀਂ ਹੋਈ ਕਿ ਉਹ ਪੰਜਾਬ ਵੱਲੇ ਅੱਖ ਚੁੱਕ ਕੇ ਵੇਖ ਲਵੇ ਕੋਈ ਉਸ ਤੋਂ ਇਨਵੇਡਰ ਜਿਹੜਾ ਹੈਗਾ ਨਾ ਉਹ ਇੱਥੇ ਦਾਖਲ ਨਹੀਂ ਹੋਇਆ। ਇਹਨਾਂ ਨੇ ਕੰਮ ਕੀਤਾ ਹੈਗਾ ਸੀ ਔਰ ਬਾਹਰੋਂ ਲੋਕ ਮੰਗਵਾ ਕੇ ਐਕਸਪਰਟ ਮੰਗਵਾ ਕੇ ਤੇ ਉਹਨੇ ਆਪਣੀ ਫੌਜ ਦੀ ਟ੍ਰੇਨਿੰਗ ਵਗੈਰਾ ਕਰਵਾਈ ਸੀ। ਸੋ ਉਹਨਾਂ ਨੇ ਇਸ ਚੀਜ਼ ਦੇ ਵਿੱਚ ਇੰਨਾ ਉਹ ਮਸਰੂਫ ਰਹੇ ਔਰ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਉਹਨਾਂ ਨੇ ਆਪਣੀ ਆਫੀਸ਼ੀਅਲ ਲੈਂਗੁਏਜ ਫਾਰਸੀ ਰੱਖੀ ਔਰ ਫਾਰਸੀ ਦੇ ਹੋਣ ਨਾਲ ਫਿਰ ਸਾਡੀ ਪੰਜਾਬੀ ਜ਼ੁਬਾਨ ਇਗਨੋਰ ਹੋ ਗਈ। ਉਹ ਸਾਡੇ ਕੋਲ ਮੇਰਾ ਖਿਆਲ ਹੈ ਪਹਿਲਾ ਤੇ ਆਖਰੀ ਚਾਂਸ ਹੈਗਾ ਸੀ ਜਿਹੜਾ ਸੀ ਜ਼ਾਇਆ ਕਰ ਬੈਠੇ। ਉਸ ਤੋਂ ਬਾਅਦ ਜਿਸ ਲਈ ਅੰਗਰੇਜ਼ ਇੱਥੇ ਆਉਂਦੇ ਨੇ 1849 ਚ ਉਹਨਾਂ ਕਬਜ਼ਾ ਕੀਤਾ ਹੈ ਉਹਨਾਂ ਨੇ ਸਭ ਤੋਂ ਪਹਿਲੇ ਜਿਹੜੀ ਹਿੱਟ ਕੀਤੀ ਇਹ ਚੀਜ਼ ਉਹ ਕੀਤਾ ਹੈ ਫਾਰਸੀ ਨੂੰ ਕਿ ਉਹ ਚੂੰਕਿ ਜਿਹੜਾ ਰਾਜ ਹੈਗਾ ਸੀ ਪੰਜਾਬੀਆਂ ਦਾ ਉਹਨੂੰ ਡਿਪਿਕਟ ਕਰਦਾ ਸੀ ਲਿਹਾਜ਼ਾ ਉਹਨਾਂ ਨੂੰ ਖਤਮ ਕੀਤਾ ਔਰ ਦੂਸਰਾ ਪੰਜਾਬੀਆਂ ਦੀ ਜ਼ੁਬਾਨ ਜਿਹੜੀ ਹੈਗੀ ਸੀ ਉਹ ਪੰਜਾਬੀ ਸੀ। ਉਹਨਾਂ ਨੇ ਕਿਹਾ ਕਿ ਅਗਰ ਇਹ ਪੰਜਾਬੀ ਜ਼ੁਬਾਨ ਨੂੰ ਅਗਰ ਅਸੀਂ ਸਰਕਾਰੀ ਪੱਧਰ ਤੇ ਲੈ ਆਨੇ ਆ ਤੇ ਇਹਦਾ ਮਤਲਬ ਹੈ ਕਿ ਪੰਜਾਬੀ ਰਹੇਗੀ। ਲਿਹਾਜ਼ਾ ਉਹਨਾਂ ਨੇ ਪੰਜਾਬੀ ਨੂੰ ਵੀ ਅੱਗੇ ਨਹੀਂ ਆਣ ਦਿੱਤਾ ਔਰ ਉਹਨਾਂ ਨੇ ਇਸ ਨੂੰ ਫਾਰਸੀ ਨੂੰ ਵੀ ਅੱਗੇ ਨਹੀਂ ਆਣ ਦਿੱਤਾ। ਉਹਨਾਂ ਨੇ ਉਰਦੂ ਨੂੰ ਅੱਗੇ ਲੈ ਕੇ ਆਂਦਾ ਜਿੰਦੀ ਵਜ੍ਹਾ ਤੋਂ ਮੁਸਲਮਾਨ ਤੇ ਰਾਜ਼ੀ ਹੋ ਗਏ ਕਿ ਮੁਸਲਮਾਨਾਂ ਨੂੰ ਆਖਿਆ ਕਿ ਚਲੋ ਸਾਡੀ ਉਰਦੂ ਫਾਰਸੀ ਦੇ ਨਾਲ ਮਿਲਦੀ ਜ਼ੁਬਾਨ ਹੈਗੀ ਹੈ, ਉਹਨਾਂ ਨੂੰ ਨੌਕਰੀਆਂ ਵੀ ਮਿਲ ਗਈਆਂ, ਸਾਰਾ ਕੁਝ ਮਿਲ ਗਿਆ ਹੈਗਾ। ਲੇਕਿਨ ਜਿਹੜੀ ਅਸਲ ਪੰਜਾਬ ਦੀ ਜਿਹੜੀ ਹੁਕਮਰਾਨੀ ਸੀ, ਜਿਹੜੀ ਇੱਕ ਪੰਜਾਬ ਦੀ ਇੱਕ ਬੜੀ ਅੱਛੀ ਇੱਕ ਖੂਬਸੂਰਤ ਰਵਾਇਤ ਹੈਗੀ ਸੀ ਉਹਦੇ ਚ ਫਿਰ ਪੰਜਾਬ ਦੇ ਜਿਹੜੇ ਫਰੀडम ਫਾਈਟਰ ਸਨ ਉਹਨਾਂ ਨੇ ਉਹਨਾਂ ਨੂੰ
ਜਾਂ ਤੇ ਕਾਲੇ ਪਾਣੀਆਂ ਦੇ ਸਜ਼ਾਵਾਂ ਦਿੱਤੀਆਂ, ਉਹਨਾਂ ਨੂੰ ਮਾਰ ਦਿੱਤਾ, ਉਹਨਾਂ ਨੂੰ ਫਾਂਸੀਆਂ ਦੇ ਉੱਤੇ ਚੜਾ ਦਿੱਤਾ, ਜਾਂ ਫਿਰ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਔਰ ਦੂਸਰੇ ਦੇਸਨ ਕਾਲਾ ਦੇ ਦਿੱਤਾ। ਤੇ ਉਹ ਇਸ ਵਾਸਤੇ ਜਿੰਨੇ ਵੀ ਲੋਕ ਉੱਥੇ ਫਰੀडम ਫਾਈਟਰ ਸਨ ਉਹ ਦਿਲ ਬਰਦਾਸ਼ਤ ਹੋ ਕੇ ਜਾਂ ਤੇ ਵੈਸਟ ਨੂੰ ਮੁxtਲਿਫ ਮੁਲਕਾਂ ਦੇ ਵਿੱਚ ਵਾਸਤੇ ਨਿਕਲ ਗਏ ਜਾਂ ਫਿਰ ਦੂਸਰੀਆਂ ਜਗ੍ਹਾ ਦੇ ਉੱਤੇ ਉਹ ਸ਼ਿਫਟ ਹੋ ਗਏ, ਕਿਉਂਕਿ ਉੱਥੇ ਅੰਗਰੇਜ਼ਾਂ ਨੇ ਪਿਓਰਲੀ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਕੀਤਾ ਹੈਗਾ ਸੀ ਕਿ ਪੰਜਾਬੀ ਜਿੱਥੇ ਵੀ ਸੂਰਮੇ ਸਾਹਮਣੇ ਆਣ ਜਾਂ ਉਹਨਾਂ ਦੀ ਹੁਕਮਰਾਨੀ ਦਾ ਕੋਈ ਪੰਜਾਬੀਆਂ ਦਾ ਸਾਹਮਣੇ ਆਵੇ ਤੇ ਉਹਨੂੰ ਜਿਹੜਾ ਹੈਗਾ ਨਾ ਇੰਨਾ ਹਿਊਮਿਲੀਏਟ ਕੀਤਾ ਜਾਵੇ। ਈਵਨ ਤੁਸੀਂ ਵੇਖੋ ਜਿਹੜੇ ਬਹਿਰੇ ਨੇ ਅੱਜ ਵੀ ਵੱਡੇ ਵੱਡੇ ਹੋਟਲਾਂ ਦੇ, ਉਹਨਾਂ ਨੇ ਪੱਗਾਂ ਪਾਈਆਂ ਹੁੰਦੀਆਂ ਨੇ, ਤੁਰੇ ਕੱਢੇ ਹੁੰਦੇ ਨੇ। ਪੰਜਾਬ ਦਾ ਇੱਕ ਬਹੁਤ ਵੱਡਾ ਜਿਹੜਾ ਹੁੰਦਾ ਸੀ ਮਹਾਨ ਬੰਦਾ, ਜਿਹੜਾ ਸਰਦਾਰ ਚੌਧਰੀ ਹੁੰਦਾ ਸੀ, ਉਹ ਸਿਰ ਤੇ ਕੁੱਲੇ ਵਾਲੀ ਪੱਗ ਬੰਨ ਸਕਦਾ ਸੀ। ਹਰ ਬੰਦਾ ਕੁੱਲੇ ਵਾਲੀ ਪੱਗ ਨਹੀਂ ਸੀ ਬੰਨ ਸਕਦਾ ਸਾਡੇ ਕਲਚਰ ਦੇ ਵਿੱਚ। ਸਾਫਾ ਸਿਰ ਦੇ ਉੱਤੇ ਰੱਖ ਸਕਦਾ ਸੀ, ਲੇਕਿਨ ਪੱਗ ਜਿਹੜਾ ਹੈ ਕੁੱਲੇ ਵਾਲੀ ਉਹ ਹੀ ਬੰਨ ਸਕਦਾ ਸੀ ਜਿਹੜਾ ਬਹੁਤ ਵੱਡਾ ਇਲਾਕਿਆਂ ਦਾ ਸਰਦਾਰ ਹੋਵੇ। ਉਹਨਾਂ ਨੇ ਉਹ ਪੱਗ ਜਿਹੜੀ ਹੈਗੀ ਹੈ ਉਹ ਆਪਣੇ ਵੇਟਰ ਨੂੰ ਤੇ ਉਹਨਾਂ ਨੂੰ ਬਣਾਇਆ ਤਾਂ ਕਿ ਜਿਹੜਾ ਹੈਗਾ ਨਾ ਇਹਨਾਂ ਦੇ ਕਲਚਰ ਨੂੰ ਹਿਊਮਿਲੀਏਟ ਕੀਤਾ ਜਾਵੇ, ਇਹਨਾਂ ਦੀ ਜ਼ੁਬਾਨ ਨੂੰ ਹਿਊਮਿਲੀਏਟ ਕੀਤਾ ਜਾਵੇ ਔਰ ਇਹਨਾਂ ਦੇ ਵਿੱਚੋਂ ਉਹ ਜਿਹੜੀ ਪੰਜਾਬੀ ਬਹਾਦਰੀ ਹੈ, ਜਿਹੜੀ ਇੱਕ ਅਣਖ ਹੈਗੀ ਹੈ ਔਰ ਜਿਹੜੀ ਇੱਕ ਖੁੱਲੇ ਦਿਲ ਦੀ ਪੰਜਾਬੀਆਂ ਦੀ ਇੱਕ ਜਿਹੜੇ ਕਲਚਰਲ ਹੈਗੀਆਂ ਚੀਜ਼ਾਂ ਉਹ ਕੱਢੀਆਂ ਜਾਣ। ਤੁਸੀਂ ਵੇਖੋ ਪੰਜਾਬ ਇੰਨਾ ਖੁੱਲੇ ਦਿਲ ਦਾ ਮਾਲਕ ਹੈ। ਸਾਡੇ ਹੋਰ ਵੀ ਸਾਰੇ ਭਰਾ ਨੇ ਪਾਕਿਸਤਾਨ ਦੇ ਮੁxtਲਿਫ ਸੂਬੇ ਨੇ, ਉਹਨਾਂ ਦੀ ਵੀ ਇਹ ਹੈਗੀ ਹੈ ਕਿ ਵੀ ਉਹ ਜਿੱਥੇ ਵੀ ਉਹ ਬੜੇ ਮਹਿਮਾਨ ਨਵਾਜ਼ ਨੇ। ਲੇਕਿਨ ਅਸੀਂ ਜਿਸਲੇ ਸੋਚਨੇ ਆ ਕਿ ਜਿੱਥੇ ਵੀ ਸਾਡੇ ਕੋਈ ਲੋਕ ਜਾਂਦੇ ਨੇ, ਕਈ ਪੰਜਾਬੀਆਂ ਦੇ ਵਾਸਤੇ ਹੁੰਦਾ ਹੈ ਕਿ ਉਹਨਾਂ ਨੂੰ ਫਲਾਣੀ ਜਗ੍ਹਾ ਤੇ ਮਾਰਤਾ ਗਿਆ, ਫਲਾਣੀ ਜਗ੍ਹਾ ਤੇ ਅਗਵਾ ਕਰਤਾ ਗਿਆ, ਫਲਾਣੀ ਜਗ੍ਹਾ ਤੇ। ਲੇਕਿਨ ਪੰਜਾਬ 'ਚ ਜਦੋਂ ਵੀ ਕੋਈ ਵੀ ਸ਼ਖਸ ਆਇਆ, ਪੰਜਾਬੀਆਂ ਨੇ ਉਹਨਾਂ ਨੂੰ ਸੀਨੇ ਨਾਲ ਲਾਇਆ ਹੈ। ਔਰ ਅੱਜ ਵੀ ਤੁਸੀਂ ਵੇਖੋਗੇ ਪੰਜਾਬ ਦੇ ਵਿੱਚ 30% ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਉਹ ਤੁਹਾਨੂੰ ਮਿਲਣਗੇ, ਪਖਤੂਨ ਮਿਲਣਗੇ, ਸਾਡੇ ਭਰਾ ਬਲੋਚ ਮਿਲਣਗੇ, ਸਿੰਧੀ ਮਿਲਣਗੇ, ਉਹ ਸਾਰੇ ਮਿਲਣਗੇ। ਕਦੀ ਕਿਸੇ ਨੂੰ ਪੰਜਾਬੀ ਦੀ ਤਰਫੋਂ ਕਦੀ ਤਕਲੀਫ ਨਹੀਂ ਆਈ। ਇੰਨੇ ਮਹਿਮਾਨ ਨਵਾਜ਼ ਲੋਕ ਹੈਗੇ ਨੇ ਔਰ ਇੰਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਅਗਰ ਅੱਜ ਵੀ ਪਿੰਡਾਂ ਦੇ ਵਿੱਚ 10 ਬੰਦੇ ਵੀ ਚਲੇ ਜਾਣ ਤੇ ਨਾ ਉਹ ਭੁੱਖੇ ਰਹਿਣਗੇ, ਨਾ ਉਹਨਾਂ ਨੂੰ ਕੋਈ ਮੰਜੀ ਬਿਸਤਰਾ ਨਹੀਂ ਮਿਲੇਗਾ। ਸੋ ਅੱਜ ਵੀ ਤੁਸੀਂ ਵੇਖੋ। ਔਰ ਇਸ ਤੋਂ ਵੱਡੀ ਇੱਕ ਹੋਰ ਮੈਂ ਗੱਲ ਕਰਾਂ ਕਿ ਪੰਜਾਬ ਦੀ ਜਿਹੜੀ ਧਰਤੀ ਹੈਗੀ ਹੈ, ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਧਰਤੀ ਹੈ, ਸਾਰਾ ਇੱਕੋ ਹੀ ਪੱਖ ਹੈਗਾ, ਉਹਦੇ ਵਿੱਚ ਉਹ ਹਮੇਸ਼ਾ ਇੱਕ ਲਿਬਰਲ ਲੈਂਡ ਹੈਗੀ ਹੈ। ਇਹ ਜਿਹੜੀ ਲੈਂਡ ਹੈ ਉਹ ਲਿਬਰਲ ਲੈਂਡ ਹੈ, ਬਲਕਿ ਮੈਂ ਉਹਨੂੰ ਕਰਾਂਗੇ ਕਿ ਸੈਕੂਲਰ ਲੈਂਡ ਹੈ ਪੰਜਾਬ ਦੀ। ਕਿਉਂਕਿ ਉਹਦੀ ਮੈਂ ਐਵੀਡੈਂਸ ਇਹ ਦਿਆਂਗਾ ਕਿ ਜਿਸ ਵੇਲੇ ਸਭ ਤੋਂ ਪਹਿਲਾ ਹਿੰਦੂ ਮੁਸਲਮਾਨ ਹੋਇਆ ਤੇ ਅਗਰ ਇਹ ਐਕਸਟ੍ਰੀਮਿਸਟ ਲੋਕ ਹੁੰਦੇ ਤੇ ਉਹਨੂੰ ਇਹ ਮਾਰ ਦਿੰਦੇ ਫੜ ਕੇ ਜਾਂ ਉਹਦੇ ਨਾਲ ਸੋਸ਼ਲ ਬਾਈਕਾਟ ਕਰ ਦਿੰਦੇ, ਠੀਕ ਹੈ। ਲੇਕਿਨ ਤੁਸੀਂ ਵੇਖੋ ਕਿ ਜਿਹੜਾ ਪਹਿਲਾ ਸ਼ਖਸ ਹਿੰਦੂ ਮੁਸਲਮਾਨ ਹੋਇਆ ਉਹਨੂੰ ਕਿਸੇ ਨੇ ਕੁਝ ਨਹੀਂ ਆਖਿਆ। ਫਿਰ ਹੋਰ ਮੁਸਲਮਾਨ ਹੋਏ, ਫਿਰ ਹੋਰ ਮੁਸਲਮਾਨ ਹੋਏ, ਫਿਰ ਉਸ ਤੋਂ ਬਾਅਦ ਈਸਾਈ ਕ੍ਰਿਸਚਨ ਵੀ ਹੋਏ ਲੋਕ, ਫਿਰ ਇਸੋਂ ਦੇ ਲੋਕ ਜਿਹੜੇ ਹੈਗੇ ਨੇ ਉਹ ਸਿੱਖ ਹੋਏ। ਲੇਕਿਨ ਕਦੀ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਨਾ ਉਹਨਾਂ ਨੂੰ ਮਾਰਿਆ ਨਹੀਂ, ਉੱਥੇ ਬੰਬ ਨਹੀਂ ਚਲਾਇਆ ਜਾਂ ਉਹਨਾਂ ਨਾਲ ਸੋਸ਼ਲ ਬਾਈਕਾਟ ਨਹੀਂ। ਪੰਜਾਬ ਇੱਕ ਅਜ਼ੀਮ ਧਰਤੀ ਦਾ ਨਾਂ ਹੈ, ਏਡੀ ਵੱਡੀ, ਇੰਨੇ ਖੁੱਲੇ ਦਿਲ, ਇੰਨੇ ਖੁੱਲੀ ਵਸਤ ਰੱਖਣ ਵਾਲੀ ਧਰਤੀ ਦਾ ਨਾਂ ਹੈ ਕਿ ਜਿਨ੍ਹਾਂ ਨੇ ਤੁਸੀਂ ਵੇਖੋ ਆਪਣੀ ਜ਼ੁਬਾਨ ਵੀ ਕੁਰਬਾਨ ਕੀਤੀ ਤੇ ਉਰਦੂ ਜ਼ੁਬਾਨ ਅਪਣਾ ਲਈ। ਸਿਰਫ ਇਹ ਆਖਿਆ ਜੀ ਇਹ ਮੁਸਲਮਾਨਾਂ ਦੀ ਜ਼ੁਬਾਨ ਹੈ, ਇਹ ਕੁਰਾਨ ਦੀ ਜ਼ੁਬਾਨ ਨਾਲ ਮਿਲਦੀ ਹੈਗੀ ਹੈ ਔਰ ਇਹਦੇ ਚ ਸਾਡੀ ਜਿਹੜੀ ਨਾ ਤਹਿਰੀਕ ਪਾਕਿਸਤਾਨ ਚੱਲਦੀ ਵੀ ਹੈਗੀ ਹੈ, ਲਿਹਾਜ਼ਾ ਤੁਸੀਂ ਇਹਨੂੰ ਅਪਣਾਓ। ਅਸੀਂ ਇਹਨਾਂ ਪੰਜਾਬੀਆਂ ਨੇ ਉਹਨੂੰ ਉਸ ਚੀਜ਼ ਨੂੰ ਅਪਣਾਇਆ ਕਿ ਅਲਾਮਾ ਇਕਬਾਲ ਇੱਕ ਪੰਜਾਬੀ ਹੋਣ ਦੇ ਬਾਵਜੂਦ ਉਹਨਾਂ ਨੇ ਇੱਕ ਸ਼ੇਰ ਵੀ ਜਿਹੜਾ ਹੈਗਾ ਉਹ ਪੰਜਾਬੀ ਦੇ ਵਿੱਚ ਨਹੀਂ ਆ ਗਿਆ। ਫਾਰਸੀ ਦੇ ਸ਼ਾਇਰੀ ਕਰ ਲਈਏ ਲੇਕਿਨ ਪੰਜਾਬੀ ਚ ਸ਼ਾਇਰੀ ਨਹੀਂ ਕੀਤੀ। ਬਸ ਨੇ ਇਸ ਤੋਂ ਬਾਅਦ ਪੰਜਾਬ ਹੁਣ ਕੀ ਕੁਰਬਾਨੀਆਂ ਦੇਵੇ, ਹਰ ਜਗ੍ਹਾ ਦੇ ਉੱਤੇ ਕੁਰਬਾਨੀਆਂ ਪੰਜਾਬ ਸ਼ੁਰੂ ਤੋਂ ਲੈ ਕੇ ਦਿੰਦਾ ਆਉਂਦਾ ਪਿਆ। ਲੇਕਿਨ ਹੁਣ ਇਸ ਵੇਲੇ ਗੱਲ ਹੋ ਰਹੀ ਹੈ ਕਿ ਪੰਜਾਬੀਆਂ ਨੂੰ ਆਪਣੀ ਪੰਜਾਬੀਅਤ ਨੂੰ ਜਗਾਉਣਾ ਪਏਗਾ। ਬਹੁਤ ਸਦੀਆਂ ਹੋ ਗਈਆਂ ਨੇ ਕਿ ਆਪਣੇ ਆਪ ਦੀਆਂ ਕੁਰਬਾਨੀਆਂ ਦਿੰਦੇ ਹੋਇਆ ਹੁਣ ਪੰਜਾਬੀਆਂ ਨੂੰ ਜਾਗਣਾ ਪਏਗਾ, ਭਾਵੇਂ ਉਹ ਕੈਨੇਡਾ 'ਚ ਨੇ, ਭਾਵੇਂ ਅਮਰੀਕਾ 'ਚ ਨੇ, ਭਾਵੇਂ UK 'ਚ ਨੇ। ਹੁਣ ਜਿਹੜੇ ਉੱਥੇ ਸਾਡੇ ਚੜ੍ਹਦੇ ਪੰਜਾਬ ਦੇ ਨੇ ਜਾਂ ਲਹਿੰਦੇ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਇਸ ਚੀਜ਼ ਨੂੰ ਵੇਖਣਾ ਪਵੇਗਾ ਕਿ ਉਹ ਬਜਾਏ ਇਸ ਦੇ ਕਿ ਇਸ ਸ਼ੋਅ ਸ਼ਾਹ ਦੇ ਵਿੱਚ ਆਉਣ ਕਿ ਅਸੀਂ ਹੁਣ ਆਪਣੀ ਘਰੇਲੂ ਜਿਹੜੀ ਬੋਲੀ ਹੈਗੀ ਹੈ ਕਿਆ ਅਸੀਂ ਉਹਨੂੰ ਉਰਦੂ ਲਿਖਵਾਈਏ ਜਾਂ ਅੰਗਰੇਜ਼ੀ ਲਿਖਾਈਏ। ਅਗਰ ਪੰਜਾਬੀ ਲਿਖਾਈਏ ਤਾਂ ਸਾਡੀ ਬੜੀ ਬੇਇੱਜ਼ਤੀ ਹੋ ਜਾਏਗੀ, ਉਹਦੇ ਬੜੀ ਸਾਨੂੰ ਸ਼ਾਇਦ ਜਿਹੜਾ ਹੈਗਾ ਨਾ ਬੜੀ ਥੱਲੇ ਵਾਲੀ ਗੱਲ ਹੋਗੀ। ਨਹੀਂ, ਇਸ ਚੀਜ਼ ਨੂੰ ਵੇਖੋ ਤੁਸੀਂ, ਜਿਹੜੇ ਬਾਹਰ ਲੋਕ ਨੇ ਉਹਨਾਂ ਦਾ ਜ਼ਿਆਦਾ ਐਕਸਪੋਜ਼ਰ ਹੁੰਦਾ ਹੈ। ਉਹ ਵੇਖੋ ਕਿ ਜਰਮਨੀ, ਫਰਾਂਸ, ਆਸਟਰੀਆ, ਉਹਨਾਂ ਦੀ ਸਾਰੀ ਲੋਕਲ ਲੈਂਗੁਏਜ ਹੈਗੀ ਹੈ, ਉਹ ਆਪਣੀ ਮਾਦਰੀ ਜ਼ੁਬਾਨ ਦੇ ਉੱਤੇ ਫਖਰ ਕਰਦੇ ਨੇ। ਸਿਰਫ ਪੂਰੀ ਦੁਨੀਆ ਦੇ ਵਿੱਚ ਪੰਜਾਬ ਐਸਾ ਇੱਕ ਖਿੱਤਾ ਹੈਗਾ ਹੈ ਜਿੱਥੇ ਮਾਦਰੀ ਜ਼ੁਬਾਨ ਦੀ ਤਾਲੀਮ ਨਹੀਂ ਦਿੱਤੀ ਜਾਂਦੀ, ਸਿਰਫ ਪੰਜਾਬ ਐਸਾ ਖਿੱਤਾ ਹੈਗਾ। ਬਾਕੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ, ਉਹ ਤੁਹਾਡੀ ਗੱਲ ਸਹੀ ਹੈ। ਤੁਸੀਂ ਹੁਣ ਜਿਸ ਤਰ੍ਹਾਂ ਬੈਠੇ ਹੋ
ਆਪਣੇ ਪੰਜਾਬ ਪਾਕਿਸਤਾਨ ਪੰਜਾਬ ਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ ਕਿ ਹੁਣ ਕੀ ਇਹ ਜਿਹੜਾ ਥੋੜਾ ਜਿਹਾ ਜਾਗ ਗਏ ਨੇ ਪੰਜਾਬੀ ਔਰ ਕੋਈ ਗੱਲਬਾਤ ਹੋਣ ਲੱਗ ਪਈ ਹੈ ਥੋੜਾ ਜਿਹਾ ਬੜਾ ਅੱਛਾ ਲੱਗਿਆ ਸਾਨੂੰ ਇੱਥੇ ਇੰਗਲੈਂਡ ਤੇ ਬੈਠੇ ਅਸੀਂ ਜਦੋਂ ਪੰਜਾਬ ਕਲਚਰ ਡੇ ਤੁਸੀਂ ਸਭ ਨੇ ਉੱਥੇ ਮਨਾਇਆ ਅਸੀਂ ਵੀ ਉੱਥੇ ਯੂਕੇ 'ਚ ਮਨਾਇਆ ਔਰ ਸਿੱਖ ਭੈਣਾਂ ਭਰਾਵਾਂ ਨਾਲ ਜਦੋਂ ਗੱਲ ਹੁੰਦੀ ਹੈ ਤੇ ਉਹ ਇਹੀ ਕਹਿੰਦੇ ਨੇ ਕਿ ਕਿੰਨੀ ਤਾਦਾਦ ਹੈ ਪਾਕਿਸਤਾਨੀ ਪੰਜਾਬੀਆਂ ਦੀ ਤੇ ਜੇ ਉਹ ਹੀ ਆਪਣੇ ਪੈਰਾਂ ਤੇ ਖਲੋ ਜਾਣ ਤੇ ਕਿਸ ਤਰ੍ਹਾਂ ਸਾਡੀ ਮਾਂ ਬੋਲੀ ਪਿੱਛੇ ਰਹਿ ਸਕਦੀ ਹੈ ਕੁਝ ਤੇ ਹੁਣ ਜਿਹੜਾ ਤੁਸੀਂ ਸਮਝਦੇ ਹੋ ਕਿ ਕਿਉਂਕਿ ਤੁਸੀਂ ਉੱਥੇ ਬੈਠੇ ਹੋ ਅਸੀਂ ਤੇ ਬਾਹਰ ਹੈ ਕਿ ਫਰਕ ਪੈ ਰਿਹਾ ਹੈ ਤੇ ਤੁਸੀਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਹੋ ਕਿ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਸ਼ਗੁਫਤਾ ਜੀ ਵੇਖੋ ਫਰਕ ਬਹੁਤ ਜ਼ਿਆਦਾ ਪੈ ਗਿਆ ਇੱਕ ਉਹ ਵੇਲਾ ਸੀ ਕਿ ਸਾਨੂੰ ਯਾਦ ਹੈ ਜਿਸ ਵੇਲੇ ਅਸੀਂ ਕਦੀ ਲਾਹੌਰ ਆਨੇ ਸਾਂ ਤੇ ਕਦੀ ਵੈਗਨ ਵਾਲੇ ਜਾਂ ਆਮ ਜਿਹੜੇ ਨੇ ਉਹਨਾਂ ਨਾਲ ਵੀ ਅੰਗਰੇਜ਼ੀ ਜਿਹੜੀ ਹੈਗੀ ਸੀ ਉਹ ਉਰਦੂ ਜਿਹੜੀ ਸੀ ਉਹ ਬੋਲਣੀ ਪੈਂਦੀ ਹੈਗੀ ਸੀ ਲੇਕਿਨ ਇਸ ਵੇਲੇ ਜਿੰਨੇ ਵੀ ਬਿਊਰੋਕ੍ਰੇਸੀ ਜਿੰਨੇ ਵੀ ਲੋਕ ਨੇ ਉਹ ਮੋਸਟਲੀ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਉਹ ਜਿਹੜੀ ਹੈਗੀ ਸੀ ਉਸ ਵੇਲੇ ਸ਼ਰਮਿੰਦਗੀ ਉਹ ਹੁਣ ਮਹਿਸੂਸ ਨਹੀਂ ਹੁੰਦੀ ਅਸੀਂ ਜਿੱਥੇ ਵੀ ਜਾਂਦੇ ਹਾਂ ਅਸੀਂ ਆਪ ਪੰਜਾਬੀ ਬੋਲਨੇ ਆ ਔਰ ਉਹਦੇ ਚ ਪੰਜਾਬੀ ਬੋਲਣ ਦੇ ਵਿੱਚ ਕੋਈ ਉਹ ਮਹਿਸੂਸ ਨਹੀਂ ਕਰਦਾ ਜਿਹੜਾ ਅਸੀਂ ਕਾਲਜ ਦੇ ਦਿਨਾਂ ਅੱਜ ਗੱਲ ਹੈਗੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਹੈ ਔਰ ਉੱਥੇ ਹੁਣ ਗੁਰਮੁਖੀ ਵੀ ਪੜ੍ਹਾਈ ਜਾਣਾ ਲੱਗ ਗਈ ਹੈਗੀ ਹੈ ਬਕਾਇਦਾ ਗੁਰਮੁਖੀ ਪੜ੍ਹਾਉਂਦੇ ਹੈਗੇ ਨੇ ਤਾਂ ਕਿ ਜਿਹੜਾ ਉਧਰ ਦਾ ਹੈਗਾ ਕਿਉਂਕਿ ਟੈਕਨੋਲੋਜੀ ਨੇ ਆਨਲਾਈਨ ਚੀਜ਼ਾਂ ਨੇ ਪੰਜਾਬੀਅਤ ਨੂੰ ਬਹੁਤ ਜ਼ਿਆਦਾ ਗਰੋ ਕੀਤਾ ਹੈ ਉਹਨੂੰ ਬੜਾ ਪ੍ਰਮੋਟ ਕੀਤਾ ਹੈਗਾ ਹੁਣ ਅਸੀਂ ਇੱਥੇ ਬੈਠੇ ਹੋਏ ਹਾਂ ਜਿਹੜੇ ਹੈਗੇ ਨੇ ਕਈ ਪ੍ਰੋਗਰਾਮ ਹੁੰਦੇ ਨੇ ਉਸ ਚੜ੍ਹਦੇ ਪੰਜਾਬ ਦੇ ਵਿੱਚ ਅਸੀਂ ਉਹਦੇ 'ਚ ਸ਼ਿਰਕਤ ਕਰ ਲੈਂਦੇ ਹਾਂ ਅਸੀਂ ਇੰਗਲੈਂਡ ਦੇ ਵਿੱਚ ਜਿਹੜੇ ਰੇਡੀਓ ਦੇ ਪ੍ਰੋਗਰਾਮ ਨੇ ਟੀਵੀ ਦੇ ਪ੍ਰੋਗਰਾਮ ਨੇ ਜਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਤੇ ਇਸ ਤਰ੍ਹਾਂ ਜਿਹੜਾ ਹੈਗਾ ਨਾ ਅਸੀਂ ਉਹ ਕਰ ਲੈਨੇ ਲਿਹਾਜ਼ਾ ਇਸ ਚੀਜ਼ ਨੇ ਫਾਸਲੇ ਬਹੁਤ ਘੱਟ ਕਰਤੇ ਨੇ ਖਤਮ ਕਰਤੇ ਨੇ ਬਲਕਿ ਔਰ ਉਹਦੇ ਵਿੱਚ ਜਿਹੜੇ ਸਾਡੇ ਸਿੱਖ ਭਰਾ ਨੇ ਜਾਂ ਜਿੰਨੇ ਸਾਨੂੰ ਡਾਕਟਰ ਸਾਹਿਬ ਨੇ ਜੁਆਇਨ ਕਰ ਲਿਆ ਔਰ ਇਹ ਸਾਰਾ ਸਿਲਸਿਲਾ ਸਾਰਾ ਹੈ ਤੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਕਿਸ ਤਰ੍ਹਾਂ ਹੁਣ ਸ਼ਾਉਰ ਜਿਹੜਾ ਵੈ ਵੱਧ ਗਿਆ ਆਪਣੇ ਪਾਕਿਸਤਾਨੀ ਪੰਜਾਬੀਆਂ ਦਾ ਵੀ ਜੀ ਬਿਲਕੁਲ ਉਹਦੇ ਵਿੱਚ ਹੈਗਾ ਹੈ ਕਿ ਪੰਜਾਬ ਯੂਨੀਵਰਸਿਟੀ ਉਹਦੇ ਚ ਪੰਜਾਬੀ ਡਿਪਾਰਟਮੈਂਟ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ ਔਰ ਉਸ ਤੋਂ ਬਾਅਦ ਜੀਸੀ ਯੂਨੀਵਰਸਿਟੀ ਲਾਹੌਰ ਉਹਨੇ ਵੀ ਬਕਾਇਦਾ ਗੁਰਮੁਖੀ ਔਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਉੱਥੇ ਪੜ੍ਹਾ ਰਹੇ ਨੇ ਜਿਹੜੇ ਨਨਕਾਣਾ ਸਾਹਿਬ ਤੋਂ ਔਰ ਪਾਕਿਸਤਾਨ ਦੇ ਪਹਿਲੇ ਸਿੱਖ ਪ੍ਰੋਫੈਸਰ ਔਰ ਸਕਾਲਰ ਨੇ ਔਰ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਸਰਗੋਦਾ ਉਹਦੇ ਚ ਡਿਪਾਰਟਮੈਂਟ ਹੈ ਫਿਰ ਜੀਸੀ ਯੂਨੀਵਰਸਿਟੀ ਫੈਸਲਾਬਾਦ ਉੱਥੇ ਪੰਜਾਬੀ ਡਿਪਾਰਟਮੈਂਟ ਹੈ ਗਵਰਨਮੈਂਟ ਕਾਲਜ ਸ਼ਾਲੀਮਾਰ ਉੱਥੇ ਵੀ ਪੰਜਾਬੀ ਦੀ ਸਾਇੰਸ ਕਾਲਜ ਜਿਹੜਾ ਗਵਰਨਮੈਂਟ ਕਾਲਜ ਸਾਇੰਸ ਕਾਲਜ ਵਾਦਤ ਰੋਡ ਸੀ ਉਹਦੇ ਤੇ ਵੀ ਐਮਏ ਪੰਜਾਬੀ ਜਿਹੜਾ ਸੀ ਡਿਪਾਰਟਮੈਂਟ ਸੀ ਲੇਕਿਨ ਉਸ ਤੋਂ ਅੱਜ ਕੱਲ ਉਹ ਇਨਐਕਟਿਵ ਹੈ ਔਰ ਉਸ ਤੋਂ ਬਾਅਦ ਨੰਮਲ ਯੂਨੀਵਰਸਿਟੀ ਦੇ ਵਿੱਚ ਵੀ ਵਾਹ 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 ਔਰ ਉਸ ਤੋਂ ਬਾਅਦ ਲਾਹੌਰ ਕਾਲਜ ਵਿਮਨ ਯੂਨੀਵਰਸਿਟੀ ਉਹ ਵੀ ਪੰਜਾਬੀ ਪੜ੍ਹਾ ਰਹੇ ਉਸ ਤੋਂ ਇਲਾਵਾ ਅਗਰ ਆਰਗੇਨਾਈਜੇਸ਼ਨਸ ਵਾਲੇ ਵੇਖੋ ਤੁਸੀਂ ਦਿਆਲ ਸਿੰਘ ਟਰਸਟ ਜਿਹੜਾ ਹੈਗਾ ਉੱਥੇ ਗੁਰੈਆ ਸਾਹਿਬ ਜਿਹੜੇ ਕੰਮ ਕਰ ਰਹੇ ਨੇ ਔਰ ਉਹ ਗੁਰਮੁਖੀ ਵੀ ਬਕਾਇਦਾ ਉੱਥੇ ਪੜ੍ਹਾਈ ਜਾ ਰਹੀ ਹੈ ਔਰ ਪਬਲਿਕੇਸ਼ਨ ਦਾ ਕੰਮ ਵੀ ਉੱਥੇ ਹੋ ਰਿਹਾ ਹੈ ਕਾਨਫਰੰਸਸ ਵੀ ਕਰਵਾਈਆਂ ਨੇ ਉਸ ਤੋਂ ਬਾਅਦ ਪੰਜਾਬ ਇੰਸਟੀਚਿਊਟ ਆਫ ਲੈਂਗੁਏਜਸ ਐਂਡ ਕਲਚਰ ਲਾਹੌਰ ਦੇ ਵਿੱਚ ਫਿਲਹਾਲ ਪਹਿਲਾ ਜਿਹੜਾ ਹੈਗਾ ਉਹ ਸਰਕਾਰੀ ਪੱਧਰ ਦੇ ਉੱਤੇ ਇੱਕ ਸੈਂਟਰ ਬਣਾਇਆ ਚੌਧਰੀ ਪਰਵੇਜ਼ ਅਲਾਈ ਜਿਸਲੇ ਚੀਫ ਮਿਨਿਸਟਰ ਹੈਗੇ ਸਨ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਚੇਅਰ ਜਿਹੜੀ ਹੈਗੀ ਹੈ ਉਹਦਾ ਅਨਾਉਂਸ ਕੀਤਾ ਗਿਆ ਲਾਹੌਰ ਕਾਲਜ ਵਾਹ ਇਹਦਾ ਮਤਲਬ ਹੈ ਕਿ ਸਿਲਸਿਲਾ ਜਿਹੜਾ ਵੈ ਉਹ ਸ਼ੌਰੀ ਸਤਹ ਤੇ ਸਟਾਰਟ ਹੋ ਚੁੱਕਿਆ ਵੈ ਹੈਗਾ ਜਿਹੜੀ ਦੂਸਰੀ ਸੈਕੰਡ ਲੈਂਗੁਏਜ ਹੈਗੀ ਹੈ ਤੁਸੀਂ ਵੇਖੋ ਕਿ ਅਗਰ ਬੱਚਾ ਜਿਹੜਾ ਹੈਗਾ ਸਕੂਲ ਜਾਂਦੇ ਹੋਇਆ ਉਹਨੇ ਅਗਰ 4000 5000 ਵਰਡਸ ਯਾਦ ਕੀਤੇ ਨੇ ਜਿਸ ਵੇਲੇ ਬੱਚਾ ਸਕੂਲ ਜਾ ਕੇ ਤੇ ਆਪਣੀ ਮਾਂ ਬੋਲੀ ਦੇ ਚ ਉਹਨੂੰ ਤਾਲੀਮ ਨਹੀਂ ਦਿੱਤੀ ਜਾਂਦੀ ਤੇ ਉਹਦੇ 5000 ਵਰਡਸ ਜਿਹੜੇ ਨੇ ਉਹ ਯੂਜ਼ਲੈਸ ਹੋ ਜਾਂਦੇ ਨੇ ਉਹਨਾਂ ਦਾ ਹੀ ਨਹੀਂ ਹੈਗਾ ਉਹ ਤੇ ਉੱਥੇ ਜਾ ਕੇ ਤੇ ਉਹਨੇ ਨਵੀਂ ਲੈਂਗੁਏਜ ਪੜ੍ਹਨੀ ਹੈ ਉੱਥੇ ਉਹਨੂੰ ਜਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬਿਲਕੁਲ ਉਹ ਜਿਹੜਾ ਉਹਨੇ ਘਰ ਤੋਂ ਤੇ ਮਾਂ ਦੀ ਗੋਦੀ ਚੋਂ ਸਿੱਖਿਆ ਬਿਲਕੁਲ ਠੀਕ ਕਹਿ ਰਹੇ ਹੋ ਸਹੀ ਅੱਛਾ ਤੁਸੀਂ ਇਹ ਵੀ ਬਿਲਕੁਲ ਇਹਦਾ ਜਿਹੜਾ ਹੈਗਾ ਉਹਦੇ ਤੇ ਬਹੁਤ ਜ਼ਿਆਦਾ ਤਹਿਰੀਕ ਚੱਲੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਇੱਥੇ ਬਾਕਾਇਦਾ ਦਿਨ ਮਾਂ ਬੋਲੀ ਦਾ ਦਿਹਾੜ ਮਨਾਇਆ ਗਿਆ ਔਰ ਉਹਦੇ ਚ ਬਾਕਾਇਦਾ ਲੋਕ ਜਿਹੜੇ ਹੈਗੇ ਨੇ ਆਪਣੀ ਮੁਖਤਲਿਫ ਫੇਸਬੁੱਕ ਦੇ ਜ਼ਰੀਏ YouTube ਚੈਨਲ ਦੇ ਜ਼ਰੀਏ ਭੁਲੇਖਾ ਅਖਬਾਰ ਇੱਥੇ ਛਪਦਾ ਹੈਗਾ
ਤੇ ਉਹਨੂੰ ਉਹ ਪ੍ਰਮੋਟ ਕਰ। ਵਾਹ, ਇਹ ਬੜਾ ਦਿਲ ਖੁਸ਼ ਹੋਇਆ ਜੀ, ਬਿਲਕੁਲ ਤੁਹਾਡੀ ਜ਼ਬਾਨੀ ਪਤਾ ਚੱਲਿਆ ਹੈ। ਤੇ ਡਾਕਟਰ ਸਾਹਿਬ ਇਹ ਵੀ ਦੱਸੋ, ਜੀ ਸ਼ਿਗੁਫਤਾ ਜੀ ਤੁਸੀਂ ਗੱਲ ਕਰੋ ਪਲੀਜ਼। ਤੁਹਾਡੇ ਮੈਂ ਕੰਮ ਦੇ ਬਾਰੇ ਚ ਆਵਾਂ ਕਿ ਤੁਸੀਂ ਜਿਹੜਾ ਵੈ ਬੜਾ ਕੰਮ ਕੀਤਾ ਵੈ ਆਪਣੀ, ਕੀ ਕਹਿੰਦੇ ਨੇ, ਇਹਦੇ ਮਾਮਲੇ 'ਚ ਤੁਹਾਡਾ ਥੀਸਿਸ ਜਿਹੜਾ ਸੀ, ਉਹ ਥੀਸਿਸ ਤੁਸੀਂ ਜਿਹੜਾ ਸੀ ਉਹ ਮਾਰਟਨ ਲੂਥਰ ਕਿੰਗ ਦੇ ਬਾਰੇ ਚ ਕੀਤਾ ਸੀ, ਜਦੋਂ ਤੁਸੀਂ ਆਪਣਾ ਹਿਸਟਰੀ ਦਾ ਥੀਸਿਸ ਕੀਤਾ। ਤੇ ਸਰ ਮੇਰੇ ਜ਼ਿਹਨ ਚ ਆ ਰਿਹਾ ਸੀ ਕਿ ਤੁਸੀਂ ਆਪਣੀ ਇਸਲਾਮਿਕ ਹਿਸਟਰੀ ਕਿ ਪੰਜਾਬ ਯੂਨੀਵਰਸਿਟੀ ਉਹਦੇ ਚ ਪੰਜਾਬੀ ਡਿਪਾਰਟਮੈਂਟ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ, ਔਰ ਉਸ ਤੋਂ ਬਾਅਦ GC ਯੂਨੀਵਰਸਿਟੀ ਲਾਹੌਰ ਉਹਨੇ ਵੀ ਬਕਾਇਦਾ ਗੁਰਮੁਖੀ ਔਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਉੱਥੇ ਪੜ੍ਹਾ ਰਹੇ ਨੇ, ਜਿਹੜੇ ਨਨਕਾਣਾ ਸਾਹਿਬ ਤੋਂ, ਔਰ ਪਾਕਿਸਤਾਨ ਦੇ ਪਹਿਲੇ ਸਿੱਖ ਪ੍ਰੋਫੈਸਰ ਔਰ ਸਕਾਲਰ ਨੇ। ਔਰ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਸਰਗੋਦਾ ਉਹਦੇ ਚ ਡਿਪਾਰਟਮੈਂਟ ਹੈ, ਫਿਰ GC ਯੂਨੀਵਰਸਿਟੀ ਫੈਸਲਾਬਾਦ ਉੱਥੇ ਪੰਜਾਬੀ ਡਿਪਾਰਟਮੈਂਟ ਹੈ, ਗਵਰਨਮੈਂਟ ਕਾਲਜ ਸ਼ਾਲੀਮਾਰ ਉੱਥੇ ਵੀ ਪੰਜਾਬੀ ਦੀ ਸਾਇੰਸ ਕਾਲਜ, ਜਿਹੜਾ ਗਵਰਨਮੈਂਟ ਕਾਲਜ ਸਾਇੰਸ ਕਾਲਜ ਵਾਦਤ ਰੋਡ ਸੀ, ਉਹਦੇ ਤੇ ਵੀ MA ਪੰਜਾਬੀ ਜਿਹੜਾ ਸੀ ਡਿਪਾਰਟਮੈਂਟ ਸੀ, ਲੇਕਿਨ ਉਸ ਤੋਂ ਅੱਜ ਕੱਲ ਉਹ ਇਨਐਕਟਿਵ ਹੈ। ਔਰ ਉਸ ਤੋਂ ਬਾਅਦ ਨੰਮਲ ਯੂਨੀਵਰਸਿਟੀ ਦੇ ਵਿੱਚ ਵੀ ਵਾਹ ਵਾਹ ਵਾਹ, ਔਰ ਉਸ ਤੋਂ ਬਾਅਦ ਲਾਹੌਰ ਕਾਲਜ ਵਿਮਨ ਯੂਨੀਵਰਸਿਟੀ ਉਹ ਵੀ ਪੰਜਾਬੀ ਪੜ੍ਹਾ ਰਹੇ। ਉਸ ਤੋਂ ਇਲਾਵਾ ਅਗਰ ਆਰਗੇਨਾਈਜੇਸ਼ਨਸ ਵਾਲੇ ਵੇਖੋ ਤੁਸੀਂ, ਦਿਆਲ ਸਿੰਘ ਟਰਸਟ ਜਿਹੜਾ ਹੈਗਾ ਹੈ ਉੱਥੇ ਗੁਰੈਆ ਸਾਹਿਬ ਜਿਹੜੇ ਕੰਮ ਕਰ ਰਹੇ ਨੇ, ਔਰ ਉਹ ਗੁਰਮੁਖੀ ਵੀ ਬਕਾਇਦਾ ਉੱਥੇ ਪੜ੍ਹਾਈ ਜਾ ਰਹੀ ਹੈ, ਔਰ ਪਬਲਿਕੇਸ਼ਨ ਦਾ ਕੰਮ ਵੀ ਉੱਥੇ ਹੋ ਰਿਹਾ ਹੈ, ਕਾਨਫਰੰਸਿਸ ਵੀ ਕਰਵਾਈਆਂ ਨੇ। ਉਸ ਤੋਂ ਬਾਅਦ ਪੰਜਾਬ ਇੰਸਟੀਚਿਊਟ ਆਫ ਲੈਂਗੁਏਜਸ ਐਂਡ ਕਲਚਰ ਲਾਹੌਰ ਦੇ ਵਿੱਚ ਫਿਲਹਾਲ ਪਹਿਲਾ ਜਿਹੜਾ ਹੈਗਾ ਹੈ ਉਹ ਉਸ ਸਰਕਾਰੀ ਪੱਧਰ ਦੇ ਉੱਤੇ ਇੱਕ ਸੈਂਟਰ ਬਣਾਇਆ, ਚੌਧਰੀ ਪਰਵੇਜ਼ ਅਲਾਈ ਜਿਸਲੇ ਚੀਫ ਮਿਨਿਸਟਰ ਹੈਗੇ ਸਨ। ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਚੇਅਰ ਜਿਹੜੀ ਹੈਗੀ ਹੈ ਉਹਦਾ ਅਨਾਉਂਸ ਕੀਤਾ ਗਿਆ ਲਾਹੌਰ ਕਾਲਜ। ਵਾਹ, ਇਹਦਾ ਮਤਲਬ ਹੈ ਕਿ ਸਿਲਸਿਲਾ ਜਿਹੜਾ ਵੈ ਉਹ ਸ਼ੌਰੀ ਸਤਹ ਤੇ ਸਟਾਰਟ ਹੋ ਚੁੱਕਿਆ ਵੈ। ਹੈਗਾ ਜਿਹੜੀ ਦੂਸਰੀ ਸੈਕੰਡ ਲੈਂਗੁਏਜ ਹੈਗੀ ਹੈ, ਤੁਸੀਂ ਵੇਖੋ ਕਿ ਅਗਰ ਬੱਚਾ ਜਿਹੜਾ ਹੈਗਾ ਸਕੂਲ ਜਾਂਦੇ ਹੋਇਆ ਉਹਨੇ ਅਗਰ 4000 5000 ਵਰਡਸ ਯਾਦ ਕੀਤੇ ਨੇ, ਜਿਸ ਵੇਲੇ ਬੱਚਾ ਸਕੂਲ ਜਾ ਕੇ ਤੇ ਆਪਣੀ ਮਾਂ ਬੋਲੀ ਦੇ ਚ ਉਹਨੂੰ ਤਾਲੀਮ ਨਹੀਂ ਦਿੱਤੀ ਜਾਂਦੀ ਤੇ ਉਹਦੇ 5000 ਵਰਡਸ ਜਿਹੜੇ ਨੇ ਉਹ ਯੂਜ਼ਲੈਸ ਹੋ ਜਾਂਦੇ ਨੇ, ਉਹਨਾਂ ਦਾ ਹੀ ਨਹੀਂ ਹੈਗਾ। ਉਹ ਤੇ ਉੱਥੇ ਜਾ ਕੇ ਤੇ ਉਹਨੇ ਨਵੀਂ ਲੈਂਗੁਏਜ ਪੜ੍ਹਨੀ ਹੈ, ਉੱਥੇ ਉਹਨੂੰ ਜਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ। ਉਹ ਜਿਹੜਾ ਉਹਨੇ ਘਰ ਤੋਂ ਤੇ ਮਾਂ ਦੀ ਗੋਦੀ ਚੋਂ ਸਿੱਖਿਆ, ਬਿਲਕੁਲ ਠੀਕ ਕਹਿ ਰਹੇ ਹੋ, ਸਹੀ। ਅੱਛਾ, ਤੁਸੀਂ ਇਹ ਵੀ ਬਿਲਕੁਲ, ਇਹਦਾ ਜਿਹੜਾ ਹੈਗਾ ਉਹਦੇ ਤੇ ਬਹੁਤ ਜ਼ਿਆਦਾ ਤਹਿਰੀਕ ਚੱਲੀ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਇੱਥੇ ਬਾਕਾਇਦਾ ਦਿਨ ਮਾਂ ਬੋਲੀ ਦਾ ਦਿਹਾੜ ਮਨਾਇਆ ਗਿਆ, ਔਰ ਉਹਦੇ ਚ ਬਾਕਾਇਦਾ ਲੋਕ ਜਿਹੜੇ ਹੈਗੇ ਨੇ ਆਪਣੀ ਮੁਖਤਲਿਫ ਫੇਸਬੁੱਕ ਦੇ ਜ਼ਰੀਏ, YouTube ਚੈਨਲ ਦੇ ਜ਼ਰੀਏ, ਭੁਲੇਖਾ ਅਖਬਾਰ ਤੇ ਛਪਦਾ ਹੈਗਾ ਤੇ ਉਹਨੂੰ ਉਹ ਪ੍ਰਮੋਟ ਕਰ। ਵਾਹ, ਇਹ ਬੜਾ ਦਿਲ ਖੁਸ਼ ਹੋਇਆ ਜੀ, ਬਿਲਕੁਲ ਤੁਹਾਡੀ ਜ਼ਬਾਨੀ ਪਤਾ ਚੱਲਿਆ ਹੈ। ਤੇ ਡਾਕਟਰ ਸਾਹਿਬ ਇਹ ਵੀ ਦੱਸੋ, ਜੀ ਸ਼ਿਗੁਫਤਾ ਜੀ ਤੁਸੀਂ ਗੱਲ ਕਰੋ ਪਲੀਜ਼। ਤੁਹਾਡੇ ਮੈਂ ਕੰਮ ਦੇ ਬਾਰੇ ਚ ਆਵਾਂ ਕਿ ਤੁਸੀਂ ਜਿਹੜਾ ਵੈ ਬੜਾ ਕੰਮ ਕੀਤਾ ਵੈ ਆਪਣੀ, ਕੀ ਕਹਿੰਦੇ ਨੇ, ਇਹਦੇ ਮਾਮਲੇ 'ਚ ਤੁਹਾਡਾ ਥੀਸਿਸ ਜਿਹੜਾ ਸੀ, ਉਹ ਥੀਸਿਸ ਤੁਸੀਂ ਜਿਹੜਾ ਸੀ ਉਹ ਮਾਰਟਨ ਲੂਥਰ ਕਿੰਗ ਦੇ ਬਾਰੇ ਚ ਕੀਤਾ ਸੀ, ਜਦੋਂ ਤੁਸੀਂ ਆਪਣਾ ਹਿਸਟਰੀ ਦਾ ਥੀਸਿਸ ਕੀਤਾ। ਤੇ ਸਰ ਮੇਰੇ ਜ਼ਿਹਨ ਚ ਆ ਰਿਹਾ ਸੀ ਕਿ ਤੁਸੀਂ ਆਪਣੀ ਇਸਲਾਮਿਕ ਹਿਸਟਰੀ ਕਿਉਂ ਨਹੀਂ ਕੀਤੀ, ਜਾਂ ਤੁਸੀਂ ਪਾਕਿਸਤਾਨੀ ਹਿਸਟਰੀ ਦੇ ਬਾਰੇ ਚ ਕਿਉਂ ਨਹੀਂ ਕੀਤਾ। ਖਵਾਤੀਨ ਹਜ਼ਰਾਤ, ਫਿਰ ਸਾਨੂੰ ਥੋੜਾ ਜਿਹਾ ਨੈਟ ਦਾ ਪ੍ਰੋਬਲਮ ਜਾ ਰਿਹਾ ਵੈ। ਤੇ ਡਾਕਟਰ ਸਾਹਿਬ ਕੋਈ ਮੇਰਾ ਸਵਾਲ ਤੁਹਾਡੇ ਤੱਕ ਪਹੁੰਚਿਆ ਜਾਂ ਮੈਂ ਇਹਨੂੰ ਦੁਬਾਰਾ ਰਿਪੀਟ ਕਰਾਂ। ਜੀ 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 ਸਰ, ਮੈਂ ਕਿਹਾ ਤੁਸੀਂ ਹਿਸਟਰੀ ਜਿਹੜੀ ਹੈ ਤੁਸੀਂ, ਮੈਂ ਜਿਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿਸਟਰੀ ਦਾ ਸਟੂਡੈਂਟ ਸਾਂ ਤੇ ਉੱਥੇ ਮੈਂ ਮਹਿਸੂਸ ਕੀਤਾ ਕਿ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਆ ਰਹੀ ਸਰ, ਆ ਰਹੀ ਹੈ, ਕੈਰੀ ਔਨ ਪਲੀਜ਼। ਜੀ 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 ਤੁਹਾਡਾ ਸਵਾਲ ਸਮਝ ਆ ਗਿਆ ਮੈਨੂੰ।
ਤੇ ਇਸ ਤਰ੍ਹਾਂ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਤੇ ਉਹਦੇ ਵਿੱਚ ਜਿਹੜੀ ਗੁਫ਼ਤਗੂ ਹੋਈ, ਕਿਉਂਕਿ ਟੀਚਰ ਜਿਹੜਾ ਹੈਗਾ ਉਹ ਬੁਨਿਆਦੀ ਤੌਰ ਤੇ ਫਰਕ ਹੁੰਦਾ ਹੈ ਕਿਸੇ ਅਦਾਰੇ ਦਾ। ਇਦਾਰਾ ਜਿਹੜਾ ਹੈਗਾ ਜਾਂ ਯੂਨੀਵਰਸਿਟੀ ਹੈਗੀ ਹੈ, ਉਹ ਇੱਟਾਂ ਦਾ ਨਾਂ ਨਹੀਂ ਹੁੰਦਾ ਜਾਂ ਕਿ ਬਹੁਤ ਵੱਡਾ ਬਿਲਡਿੰਗ ਦਾ ਨਾਂ ਨਹੀਂ ਹੁੰਦਾ, ਬਲਕਿ ਜਿਹੜਾ ਹੈਗਾ ਉੱਥੋਂ ਦੇ ਜਿਹੜੇ ਟੀਚਰਸ ਨੇ, ਉੱਥੋਂ ਦਾ ਇਨਵਾਇਰਮੈਂਟ ਹੈ, ਉਹ ਅਗਰ ਕ੍ਰੀਏਟਿਵ ਹੈਗਾ ਔਰ ਅਗਰ ਇਨਕਰੇਜਿੰਗ ਹੈਗਾ ਸਟੂਡੈਂਟਸ ਵਾਸਤੇ, ਤੇ ਉਹ ਸਟੂਡੈਂਟ ਉਹਨੂੰ ਅੱਗੇ ਲੈ ਕੇ ਚੱਲ ਸਕਦੇ ਨੇ, ਉਹਦੇ ਚ ਉਹਦੀ ਕ੍ਰੀਏਟਿਵਿਟੀ ਪੈਦਾ ਹੋ ਸਕਦੀ ਹੈ। ਇੱਕ ਵਾਰੀ ਫਿਰ ਨੈਟ ਦਾ ਪ੍ਰੋਬਲਮ ਹੋ ਗਿਆ ਔਰ ਡਾਕਟਰ ਸਾਹਿਬ ਦੇ ਨਾਲ ਸਾਡਾ ਰਾਬਤਾ ਮੁਨਕਤਾ ਹੋ ਗਿਆ, ਪਰ ਕੋਈ ਗੱਲ ਨਹੀਂ, ਉਹਨੇ ਫਿਰ ਆ ਜਾਣਗੇ ਡਾਕਟਰ ਸਾਹਿਬ ਔਰ ਅਸੀਂ ਫਿਰ ਤੋਂ ਦੁਬਾਰਾ ਤੋਂ ਗੱਲ ਕੀਤਾ ਸੀ ਕਿ ਉਹ ਕੋਈ ਹੈ। ਜੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬਿਲकुल आ रही है डॉक्टर साहब, ਤੁਹਾਨੂੰ ਆ ਰਹੀ ਹੈ ਮੇਰੀ ਆਵਾਜ਼? जी जी अच्छा जी 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 आवाज आ रही है। अच्छा मैं बस जी 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 सर कैरी ऑन प्लीज। बस वो आखिरी गल सी कि जिस वेले मैं चूंकि साडे वो स्टूडेंट्स वास्ते रिसर्चर वास्ते बड़ी इंपॉर्टेंट गल है, इस वास्ते मैं उन्हें करना चाहना वा कि मैं अपने डॉक्टर रसूल बख्श रईस साहब दे कोल गया कि मैं अमेरिकन हिस्टरी दे विच PhD करना चाहना वा, ਤੇ ਉਹਨਾਂ ਨੇ ਕਿਹਾ ਕਿ ਨਹੀਂ, ਅਮਰੀਕਨ ਹਿਸਟਰੀ ਦੇ ਉੱਤੇ ਜਾਂ ਅਮਰੀਕਨ ਸਟੱਡੀਜ਼ ਦੇ ਉੱਤੇ ਅਮਰੀਕਨ ਕੰਮ ਕਰ ਰਹੇ ਨੇ, ਹੁਣ ਅਸੀਂ ਤੁਹਾਨੂੰ ਤਿਆਰ ਕਰਤਾ ਹੈਗਾ ਕਿ ਤੁਸੀਂ ਰਿਸਰਚ ਕਰੋ, ਲਿਆਦਾ ਹੁਣ ਤੁਹਾਡੀ ਆਪਣੀ ਲੈਂਡ ਜਿਹੜੀ ਆਪਣੀ ਧਰਤੀ ਹੈਗੀ ਪਾਕਿਸਤਾਨ ਹੈਗਾ, ਹੁਣ ਉਹਦੀ ਜਿਹੜੀ ਹੈਗੀ ਹੈ ਹੱਕ ਬਣਦਾ ਹੈਗਾ ਕਿ ਤੁਸੀਂ ਉਹਦੇ ਤੇ ਕੰਮ ਕਰੋ, ਲਿਆਦਾ ਹੁਣ ਤੁਸੀਂ ਜਿਹੜਾ ਹੈਗਾ PhD ਜਿਹੜਾ ਹੈਗਾ ਉਹ ਇਹਦੇ ਤੇ ਕੰਮ ਕਰੋ। ਦੈਨ ਡਾਕਟਰ ਸਿਕੰਦਰ ਹਯਾਤ ਮੇਰੇ ਜਿਹੜੇ ਸੁਪਰਵਾਈਜ਼ਰ ਸਨ PhD ਦੇ, ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੂੰ ਮੁਸਲਿਮ ਸਿੱਖ ਰਿਲੇਸ਼ਨਸ ਦੇ ਉੱਤੇ ਕੰਮ ਕਰ PhD ਦਾ, ਔਰ ਫਿਰ ਕਿਉਂਕਿ ਜਿੰਨੇ ਵੀ ਲੋਕ ਨੇ ਇੱਥੇ ਉਹਨਾਂ ਨੇ ਇਸ ਚੀਜ਼ ਨੂੰ ਇਰਾ ਨੂੰ ਇਗਨੋਰ ਕੀਤਾ 40 to 47 ਇਹਦੇ ਤੇ ਸਿੱਖ ਕਿਸੇ ਵੀ ਵਿਦਵਾਨ ਨੇ ਜਾਂ ਰਿਸਰਚਰ ਨੇ ਕੰਮ ਨਹੀਂ ਸੀ ਕੀਤਾ ਤੇ ਕਿਸੇ ਨੇ ਹੋਰ ਵੀ ਕੰਮ ਨਹੀਂ ਕੀਤਾ, ਲਿਹਾਜ਼ਾ ਉਹਨਾਂ ਨੇ ਕਿਹਾ ਕਿ ਤੂੰ ਚੂੰਕਿ ਤੇਰਾ ਹੈਗਾ ਜੱਟ ਵੀ ਹੈਗਾ, ਤੂੰ ਫਿਰ ਪੰਜਾਬੀ ਵੀ ਹੈ ਮੈਂ ਤੂੰ, ਔਰ ਪੋਇਟਰੀ ਦੀ ਮੇਰੀ ਕਿਤਾਬ ਵੀ 95 ਦੇ ਛਪ ਗਈ ਸੀ, ਦਿਲ ਦਾ ਚਾਨਣ ਪੰਜਾਬੀ ਸ਼ਾਇਰੀ ਦੀ, ਤੇ ਉਹ ਇਸ ਵਾਸਤੇ ਉਹਨਾਂ ਨੇ ਕਿਹਾ ਕਿ ਹੁਣ ਤੇਰਾ ਕੰਮ ਬਣਦਾ ਕਿ ਤੂੰ ਪੰਜਾਬ ਦੇ ਉੱਤੇ ਰਿਸਰਚ ਕਰੇ। ਮੈਨੂੰ ਚੰਗਾ ਲੱਗਿਆ ਤੇ ਇਸ ਵਾਸਤੇ ਫਿਰ ਕਿਉਂਕਿ ਜ਼ਾਹਿਰ ਹੈ ਮੈਂ ਆਪਣੇ ਬਾਪ ਕੋਲੋਂ, ਮਾਂ ਕੋਲੋਂ ਔਰ ਆਪਣੀ ਫੁੱਫੀ ਸਾਰਿਆਂ ਕੋਲੋਂ ਸੁਣਦੇ ਰਹੀਦਾ ਹੁੰਦਾ ਸੀ ਕਿ ਕਿਸ ਤਰ੍ਹਾਂ ਇੱਥੇ ਸਾਡੇ ਜਿਹੜੇ ਨਾ ਉਹ ਸਿੱਖ ਭਰਾ ਰਹਿੰਦੇ ਸਨ, ਕਿਸ ਤਰ੍ਹਾਂ ਸਾਡਾ ਦਾਦਾ ਜਿਹੜਾ ਸੀ ਉਹ ਸਾਡਾ ਦੱਸਦਾ ਸੀ ਕਿ ਕਿਸ ਤਰ੍ਹਾਂ ਜਿਹੜਾ ਸਰਦਾਰ ਲਾਖਾ ਸਿੰਘ ਸੀ ਉਹ ਜਿਹੜਾ ਸੀ ਉਹ ਮੁਸਲਮਾਨ ਹੋਇਆ, ਫਿਰ ਅਸੀਂ ਉਹਦੀ ਔਲਾਦ ਅਗਾ ਹੋਏ, ਸਾਡੇ ਅਬੋਇਦਾਦ ਵੀ ਜਿਹੜੇ ਸੀ ਉਹ ਸਿੱਖ ਸਨ, ਤੇ ਉਹ ਮੈਂ ਸਾਰੀ ਇੱਕ ਜਿਹੜੀ ਇੱਕ ਲਿੰਕ ਮੌਜੂਦ ਸੀ। ਉਹ ਮੈਂ ਅਕਸਰ ਗੱਲ ਕਰਦਾ ਕਿ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇੱਥੇ ਹੋਇਆ ਤੇ ਸਿੱਖ ਇੱਥੇ ਆਏ ਤੇ ਬੜੇ ਖੁਸ਼ ਹੈਗੇ ਸਨ, ਉਹ ਕਹਿੰਦੇ ਸਨ ਸਾਨੂੰ ਤੇ ਲੋਕ ਆਂਦੇ ਸਨ ਕਿ ਨਾ ਜਾਓ ਉੱਥੇ ਪਤਾ ਨਹੀਂ ਕੀ ਹਾਲ ਹੋ ਜਾਏਗਾ, ਤੇ ਅਸੀਂ ਤੇ ਇੱਥੇ ਪਾਕਿਸਤਾਨ ਦੇ ਚ ਆਏ ਹਾਂ ਤੇ ਸਾਨੂੰ ਆਪਣਾ ਘਰ ਲੱਗਿਆ ਹੈਗਾ, ਇੰਨਾ ਪਿਆਰ ਕਿ ਉਹਨਾਂ ਦੀ ਅੱਖਾਂ ਚ ਆਂਸੂ ਆ ਜਾਂਦੇ ਸਨ, ਰੋਣਾ ਸ਼ੁਰੂ ਕਰ ਦਿੰਦੇ ਸਨ ਕਿ ਇੰਨਾ ਪਿਆਰ ਸਾਨੂੰ ਪੰਜਾਬੀ ਦੇ ਰਹੇ। ਤੇ ਮੈਂ ਕਿਹਾ ਕਿ ਤੁਹਾਡੇ ਜ਼ਿਹਨ ਦੇ ਵਿੱਚ ਕਿ 47 ਚਲੇ ਗਏ ਸਨ ਤੇ ਲਿੰਕ ਟੁੱਟ ਗਿਆ ਸੀ, ਮੈਂ ਕਿਹਾ ਸਾਡੇ ਪੰਜਾਬੀਆਂ ਦਾ ਇੱਕ ਕਦੀ ਲਿੰਕ ਵੀ ਨਹੀਂ ਟੁੱਟਿਆ, ਇੱਕ ਤੇ ਅਸੀਂ ਇੱਕੋ ਮਾਂ ਦੇ ਜੰਮੇ ਆ, ਪੰਜਾਬ ਧਰਤੀ ਦੇ ਅਸੀਂ, ਸਾਡੀ ਇੱਕ ਬੋਲੀ ਹੈ, ਔਰ ਤੀਸਰਾ ਹੈਗਾ ਸਾਡੇ ਬਜ਼ੁਰਗਾਂ ਨੇ ਇਹ ਬਾਕਾਇਦਾ ਜਿਹੜੀਆਂ ਨਿਸ਼ਾਨੀਆਂ ਨੇ ਕਿ ਇਹ ਘਰ ਫਲਾਣੇ ਦਾ ਸੀ, ਇਹ ਫਲਾਣੇ ਜਿਹੜਾ ਸੀ ਇਹ ਘਰ ਫਲਾਣੇ ਦਾ, ਇਹ ਜ਼ਮੀਨ ਫਲਾਣੇ ਦੀ ਸੀ, ਉਹ ਫਲਾਣਾ ਮੇਰੇ ਕਲਾਸ ਫੈਲੋ ਸੀ, ਫਲਾਣੇ ਨਾਲ ਅਸੀਂ ਇਕੱਠੇ ਹੁੰਦੇ ਸਾਂ, ਉਹ ਇੱਕ ਚੀਜ਼ ਜਿਹੜੀਆਂ ਨੇ ਉਹ ਦੱਸ ਰਹਿੰਦੇ ਸਨ। ਈਵਨ ਜਿਹੜੇ ਉਹ ਸ਼ਾਇਰ ਹੈਗੇ ਸਨ, ਹਿੰਦੂ ਸ਼ਾਇਰ ਸਨ, ਜਿਹੜੇ ਸਿੱਖ ਸ਼ਾਇਰ ਸਨ, ਉਹਨਾਂ ਨੇ ਅਹਿਲੇ ਬੈਤ ਦੀ ਸ਼ਾਇਰੀ ਜਿਹੜੀ ਕੀਤੀ, ਨੋਹੇ ਲਿਖੇ, ਮਰਸੀਏ ਲਿਖੇ, ਅੱਜ ਵੀ ਮਲਕੀ ਰਾਮ ਦੇ ਨੋਹੇ ਜਿਹੜੇ ਹੈਗੇ ਨੇ ਉਹ ਪੜ੍ਹੇ ਜਾਂਦੇ ਨੇ ਮਾਤਮੀ ਜਲੂਸਾਂ ਦੇ ਵਿੱਚ, ਤੇ ਉਹ ਉਹਨਾਂ ਦਾ ਸਾਰਾ ਜਿਹੜਾ ਹੈਗਾ ਮਹਿੰਦਰ ਬੇਦੀ ਸਹਿਰ ਹੋਰੀ ਜਿਹੜੇ ਹੈਗੇ ਨੇ ਉਹਨਾਂ ਦੀ ਸ਼ਾਇਰੀ, ਤੇ ਉਹ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਲਿੰਕ ਕਾਇਮ ਹੈਗਾ, ਤੇ ਮੈਂ ਕਿਹਾ ਕਿ ਤੁਹਾਡਾ ਲਿੰਕ ਕਦੀ ਵੀ ਨਹੀਂ ਇਸ ਧਰਤੀ ਨਾਲੋਂ ਟੁੱਟਿਆ ਹੈਗਾ, ਲਿਹਾਜ਼ਾ ਤੁਸੀਂ ਜਦੋਂ ਵੀ ਮਿਲੋਗੇ ਤੁਹਾਨੂੰ ਇਹੋ ਹੀ ਪਿਆਰ ਮੁਹੱਬਤ ਮਿਲੇਗਾ ਸਾਡੇ ਕੋਲ। ਬਿਲਕੁਲ ਸਹੀ ਕਹਿ ਰਹੇ ਹੋ। ਅੱਛਾ ਸਰ, ਇਹ 2021 ਵਿੱਚ 21 ਮਾਰਚ ਨੂੰ ਜਿਹੜਾ ਵੈ ਉਹ ਇੱਥੇ ਮਰਦਮਸ਼ੁਮਾਰੀ UK ਚ ਹੋ ਰਹੀ ਹੈ, ਤੁਹਾਡੇ ਬਹੁਤ ਸਾਰੇ ਦੋਸਤ ਇੱਥੇ ਵੀ ਨੇ, ਤੇ ਹੁਣ ਤੇ ਕੋਈ ਐਡੀ ਫਾਸਲਿਆਂ ਵਾਲੀ ਗੱਲ ਹੀ ਨਹੀਂ ਹੈ, ਸਾਰਾ ਇੱਕ ਪੂਰੀ ਦੁਨੀਆ ਗਲੋਬਲ ਵਿਲੇਜ ਬਣੀ ਹੋਈ ਹੈ, ਤੇ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਆਪਣੇ ਪੰਜਾਬੀ ਪਾਕਿਸਤਾਨੀਆਂ ਨੂੰ ਖਾਸ ਤੌਰ ਤੇ ਐਸੇ ਜਿਹੜੇ ਕਿ ਇੱਥੇ ਕਿੰਨੇ ਵਰਿਆਂ ਤੋਂ ਰਹਿੰਦੇ ਪਏ ਨੇ, ਤੇ ਅਸੀਂ ਪੰਜਾਬੀ ਜ਼ਬਾਨ ਨੂੰ ਤੀਸਰੀ ਵੱਡੀ ਲੈਂਗੁਏਜ ਤੋਂ, ਕਿਉਂਕਿ ਇਹ ਲੈਵਲ ਦੇ ਵਿੱਚ ਪੰਜਾਬੀ ਨੂੰ ਅਸੀਂ ਐਜ਼ ਏ ਦੂਸਰੀ ਜ਼ਬਾਨ ਦੇ ਤੌਰ ਤੇ ਲਿਆਣਾ ਚਾਹੁੰਦੇ ਹਾਂ, ਜਿਹੜੀ ਕਿ ਪਹਿਲੇ 2001 ਦੇ ਵਿੱਚ ਹੈਗੀ ਸੀ, ਲੇਕਿਨ ਫਿਰ ਉਹਦੇ ਬਾਅਦ ਕੁਝ ਐਸੇ ਹੋਏ
ਕਿ ਸਾਡੇ ਪੰਜਾਬੀ ਲੋਕਾਂ ਨੇ ਉਹ ਮਰਦਮਸ਼ੁਮਾਰੀ ਜਦੋਂ ਆਉਂਦੀ ਹੈ ਤੇ ਉਹਦੇ ਵਿੱਚੋਂ ਲਿਖਦੇ ਹੀ ਨਹੀਂ, ਲਿਖਦੇ ਹੀ ਸ਼ਰਮ ਮਹਿਸੂਸ ਕਰਦੇ ਨੇ ਕਿ ਜੀ ਸਾਡੀ ਮਾਂ ਬੋਲੀ ਕੀ ਹੈ ਪੰਜਾਬੀ। ਇਹਦਾ ਬਹੁਤ ਅੱਗੇ ਫੰਡਿੰਗ 'ਚ, ਬੱਚਿਆਂ 'ਚ ਸਾਡੀ ਪੰਜਾਬੀਆਂ ਨੂੰ ਬਹੁਤ ਫਾਇਦੇ ਸਾਡੀ ਅਗਲੀਆਂ ਜਨਰੇਸ਼ਨ ਨੂੰ ਹੁੰਦੇ ਨੇ। ਤੇ ਤੁਸੀਂ ਕੀ ਕਹਿਣਾ ਚਾਹੋਗੇ, ਆਪਣੇ ਵੱਲੋਂ ਕੋਈ ਪੈਗਾਮ ਦੇਣਾ ਚਾਹੋ ਤੁਸੀਂ ਇਸ ਪਲੇਟਫਾਰਮ ਤੇ, ਕਿਉਂਕਿ ਅਸੀਂ ਉਸ ਤਹਿਰੀਕ ਦਾ ਗਿਮੀ ਟੀਵੀ ਵੀ ਹਿੱਸਾ ਬਣਿਆ ਹੋਇਆ ਹੈ ਤੇ ਅਸੀਂ ਚਾਹਾਂਗੇ ਕਿ ਤੁਹਾਡੇ ਵੱਲੋਂ ਕੋਈ ਪੈਗਾਮ ਮਿਲੇ। ਇੱਕ ਤੇ ਇਹ ਹੈ ਜੀ ਕਿ ਸਭ ਤੋਂ ਪਹਿਲੇ ਤੇ ਤੁਹਾਡਾ ਸ਼ੁਕਰੀਆ ਕਿ ਗਿਮੀ ਟੀਵੀ ਨੇ ਇਸ ਨੂੰ ਪੰਜਾਬੀ ਪ੍ਰੋਗਰਾਮ ਨੂੰ ਇਸੇ ਲਿਹਾਜ਼ ਨਾਲ ਹੀ ਟੇਕਅਪ ਕੀਤਾ, ਇਸ ਇੱਕ ਮੂਵਮੈਂਟ ਨੂੰ, ਕੈਂਪੇਨ ਨੂੰ ਇੱਕ ਸ਼ੁਰੂ ਕੀਤਾ। ਤੁਹਾਡਾ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਕਿਰਦਾਰ ਹੈਗਾ ਤੇ ਤੁਹਾਨੂੰ ਅਸੀਂ ਮੁਬਾਰਕਬਾਦ ਦੇਣੇ ਗਏ ਹਾਂ ਔਰ ਤੁਹਾਡਾ ਸ਼ੁਕਰੀਆ ਵੀ ਅਦਾ ਕਰਨੇ ਆ ਕਿ ਤੁਸੀਂ ਇਸ ਮਾਂ ਬੋਲੀ ਦਾ ਔਰ ਉੱਥੇ ਬੈਠੇ ਹੋਏ ਪ੍ਰਦੇਸ਼ ਦੇ ਵਿੱਚ ਜਿਹੜੇ ਸਾਨੂੰ ਬੜੇ ਫਾਇਦੇ ਮਿਲ ਸਕਦੇ ਨੇ ਆਪਣੀ ਪੰਜਾਬੀ ਮਾਦਰੀ ਜ਼ੁਬਾਨ ਲਿਖਣ ਨਾਲ, ਉਹਦੇ ਵਾਸਤੇ ਤੁਸੀਂ ਆਗਾਹੀ ਔਰ ਇਹ ਅਵੇਅਰਨੈਸ ਕੈਂਪੇਨ ਜਿਹੜੀ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀ ਗਿਨੇ ਉਹ ਨੁਜ਼ਰਤ ਅਬਾਸ ਆਕਸਫੋਰਡ ਦੇ ਤੋਂ, ਸਮੀਆ ਅਲੀ ਲੋਕ ਫਾਊਂਡੇਸ਼ਨ ਵਾਲੇ ਤੋਂ ਔਰ ਤਲਤ ਗਿੱਲ ਔਰ ਜਿਹੜੇ ਤੁਹਾਡੇ ਸਾਰੇ ਨਾਲ ਉਹ ਤੁਹਾਡੇ ਦੋਸਤ ਹੀ ਨੇ, ਤੁਹਾਡੇ ਸਾਥੀ ਨੇ ਔਰ ਉਹਨਾਂ ਨੇ ਇਹ ਸਾਰੀ ਕੈਂਪੇਨ ਸ਼ੁਰੂ ਕੀਤੀ ਹੋਈ ਹੈ। ਮੈਂ ਇਹ ਬੇਨਤੀ ਕਰਾਂਗਾ ਸਾਰੇ ਜਿੰਨੇ ਵੀ ਉੱਥੇ ਲਹਿੰਦੇ ਪੰਜਾਬ ਦੇ, ਪਾਕਿਸਤਾਨੀ ਪੰਜਾਬ ਦੇ ਵਸਨੀਕ ਨੇ, ਦੋਸਤ ਨੇ ਸਾਡੇ, ਕਿ ਉਹਨਾਂ ਨੂੰ ਉਹ ਫਖਰ ਹੋਣਾ ਚਾਹੀਦਾ ਹੈ ਔਰ ਹੈ ਵੀ ਫਖਰ, ਕਿਉਂਕਿ ਮੈਂ ਉੱਥੇ ਰਿਹਾ ਵਾਂ, ਮੈਂ PhD ਦੇ ਚੌਥੇ ਰਿਹਾ ਵਾਂ, ਉਸ ਤੋਂ ਬਾਅਦ ਪੋਸਟ ਡਾਕ ਮੈਂ ਰਾਇਲ ਹੋਲੋਵੇ ਯੂਨੀਵਰਸਿਟੀ ਆਫ ਲੰਡਨ ਤੋਂ ਕੀਤੀ ਤੇ ਮੈਂ ਸਾਰੇ ਉੱਥੇ ਦੋਸਤਾਂ ਨੂੰ ਮਿਲਦਾ ਰਿਹਾ। ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਝਿਜਕ ਔਰ ਸ਼ਰਮ ਨਹੀਂ ਹੈਗੀ। ਮੇਰਾ ਖਿਆਲ ਹੈ ਅਗਰ ਕਿਤੇ ਮੈਨੂੰ ਨਜ਼ਰ ਨਹੀਂ ਆਏ, ਲੇਕਿਨ ਅਗਰ ਤੁਸੀਂ ਕਰ ਲਓ ਕੋਈ 1% ਹੋਣਗੇ ਤੇ ਮੇਰਾ ਨਹੀਂ ਖਿਆਲ ਕਿ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਕੋਈ ਸ਼ਰਮਿੰਦਗੀ, ਕਿਉਂਕਿ ਜਿਸ ਵੇਲੇ ਦੂਸਰੇ ਵੇਖਦੇ ਨੇ ਕਿ ਦੂਸਰੇ ਮੁਲਕਾਂ ਦੇ ਲੋਕ ਆਪਣੀ ਮਾਦਰੀ ਜ਼ੁਬਾਨ ਬੋਲਦੇ ਨੇ, ਮਾਂ ਬੋਲੀ ਨੂੰ, ਤੇ ਉਹਨਾਂ ਨੂੰ ਇੱਕ ਜਿਹੜੀ ਹੈਗੀ ਨਾ ਇਨਕਰੇਜਮੈਂਟ ਮਿਲਦੀ ਹੈਗੀ ਹੈ ਕਿ ਅਗਰ ਇਹ ਬੋਲਦੇ ਨੇ ਤੇ ਅਸੀਂ ਆਪਣੀ ਮਾਂ ਬੋਲੀ ਨੂੰ ਕਿਉਂ ਪਿੱਛੇ ਸੱਟ ਰਹੇ ਹਾਂ। ਤੇ ਇਸ ਵਾਸਤੇ ਉਹਨਾਂ ਦੇ ਵਿੱਚ ਬੜੀ ਅਵੇਅਰਨੈਸ ਹੈਗੀ ਹੈ। ਸਿਰਫ ਉਹਨਾਂ ਨੂੰ ਰਿਮਾਈਂਡ ਕਰਵਾਉਣ ਦੀ ਜ਼ਰੂਰਤ ਹੈ ਕਿ ਇਸ ਪ੍ਰੋਗਰਾਮਾਂ ਦੇ ਜ਼ਰੀਏ ਉਹਨਾਂ ਨੂੰ ਬਾਰ-ਬਾਰ ਜਗਾਇਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਭਾਈ ਜੀ 21 ਮਾਰਚ 2021 ਨੂੰ ਇੱਕ ਦਿਨ ਆਣਾ ਹੈ ਜਿਸ ਵੇਲੇ ਸੈਂਸਸ ਵਿੱਚ UK ਦੇ ਵਿੱਚ ਹੋਣਾ ਹੈ ਔਰ ਤੁਸੀਂ ਆਪਣੀ ਘਰ ਬੋਲੀ ਵਾਲੀ ਜਿਹੜੀ ਘਰ ਬੋਲੀ ਜਾਣ ਵਾਲੀ ਜ਼ੁਬਾਨ ਹੈ ਉਹ ਪੰਜਾਬੀ ਲਿਖਣੀ, ਨਾ ਅੰਗਰੇਜ਼ੀ ਲਿਖਣੀ, ਨਾ ਉਰਦੂ ਲਿਖਣੀ ਹੈਗੀ ਹੈ। ਤੁਹਾਨੂੰ ਆਉਂਦੀਆਂ ਭਾਵੇਂ ਜਿੰਨੀਆਂ ਮਰਜ਼ੀ ਹੋਣ, ਉਹ ਤੁਹਾਨੂੰ ਮੁਬਾਰਕ ਹੋਵੇ, ਲੇਕਿਨ ਤੁਸੀਂ ਜਿਹੜੀ ਫਾਰਮ ਦੇ ਵਿੱਚ ਆਪਣੀ ਉਹਤੇ ਲਿਖਣੀ ਹੈ ਉਹ ਪੰਜਾਬੀ ਜ਼ੁਬਾਨ ਲਿਖਣੀ ਹੈ। ਉਹਦੇ ਵਿੱਚ ਸਾਡੀ ਜਿੱਤ ਹੈ, ਉਹਦੇ ਵਿੱਚ ਸਾਡੀ ਇੱਜ਼ਤ ਹੈਗੀ ਹੈ, ਕਿਉਂਕਿ ਉੱਥੇ ਬੈਠੇ ਅਗਰ ਸਾਡੀ ਦੂਸਰੀ ਪੰਜਾਬੀ ਜ਼ੁਬਾਨ ਹੋਵੇਗੀ ਤੇ ਤੁਹਾਨੂੰ ਖੁਦ ਫਖਰ ਹੋਵੇਗਾ। ਤੁਹਾਨੂੰ ਪਤਾ ਹੈਗਾ ਮੈਂ ਵਿਆਨਾ ਗਿਆ ਤੇ ਉੱਥੇ ਮੈਂ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ, ਐਡਰੈਸ ਜਿਹੜਾ ਸੀ ਮੇਰੇ ਕੋਲੋਂ ਗੁੰਮ ਹੋ ਗਿਆ ਸੀ ਤੇ 에ਅਰਪੋਰਟ ਤੇ ਉਤਰਿਆ ਤੇ ਮੈਨੂੰ ਕੋਈ ਹੁਣ ਸਮਝ ਨਾ ਆਵੇ ਕਿ ਵੀ ਉਹ ਕਹਿਣ ਜੀ ਕਿ ਨੋ ਇੰਗਲਿਸ਼, ਨੋ ਇੰਗਲਿਸ਼। ਤੇ ਮੈਂ ਤੇ ਬੜਾ ਹੋਇਆ। ਫਿਰ ਮੈਨੂੰ ਇੱਕ ਦੂਰੋਂ ਨਜ਼ਰ ਆਇਆ, ਇੱਕ ਮੇਰੇ ਸਿੱਖ ਭਰਾ ਜਿਹੜੇ ਦੋਸਤ ਹੈਗੇ ਨੇ ਸਰਦਾਰ, ਉਹ ਨਜ਼ਰ ਆਏ। ਉਹ ਮੈਂ ਉਹਨਾਂ ਨੂੰ ਕਿਹਾ, ਸਿੱਧਾ ਉੱਥੇ ਗਿਆ, ਮੈਂ ਉਹਨਾਂ ਨੂੰ ਆਖਿਆ ਜੀ ਕਿ ਸਤਿ ਸ੍ਰੀ ਅਕਾਲ ਜੀ, ਮੈਂ ਕਿਹਾ ਮੈਨੂੰ ਤੇ ਉਹ ਐਡਰੈਸ ਭੁੱਲਿਆ ਹੈ। ਤੇ ਉਹਨਾਂ ਨੇ ਉਸ ਵੇਲੇ ਜਿਹੜਾ ਹੈਗਾ ਸੀ, ਤੇ ਉਹ ਵੇਖੋ ਤੁਹਾਨੂੰ ਪੰਜਾਬੀ ਜਿੱਥੇ ਨਜ਼ਰ ਆਉਂਦੀ ਹੈ ਤੁਹਾਡੇ ਇੱਕ ਵਾਰੀ ਖਿਲ ਜਾਂਦਾ, ਬਿਲਕੁਲ ਹੋ ਜਾਂਦਾ। ਤੇ ਇਸ ਵਾਸਤੇ ਤੁਸੀਂ ਇੱਕ ਰਿਲੈਕਸ ਫੀਲ ਕਰਦੇ ਹੋ ਜਿਵੇਂ ਤੁਸੀਂ ਪੰਜਾਬੀ ਵੀ ਬੋਲਦੇ ਹੋ। ਤੇ ਉਸ ਵੇਲੇ ਮੈਨੂੰ ਯਾਦ ਹੈ ਕਿ ਕਾਇਦ-ਏ-ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਦੇ ਜਿਸਲੇ ਮੈਂ ਗਿਆ, ਸਾਰਾ ਦਿਨ ਅੰਗਰੇਜ਼ੀ ਬੋਲਦੇ ਰਹਿਣਾ। ਸਾਡੇ ਅਮਰੀਕਨ ਪ੍ਰੋਫੈਸਰ ਸਨ, ਡਾਕਟਰ ਅਜ਼ਮੀ ਸਾਹਿਬ, ਡਾਕਟਰ ਰਸੂਲ ਬਖ ਰਈਸ, ਡਾਕਟਰ ਰੁਖਸਾਨਾ ਕੰਬਰ ਔਰ ਡਾਕਟਰ ਐਂਡਰਿਊ ਕੋਚ, ਉਹ ਅਮਰੀਕਨ ਸਨ। ਉਹ ਸਾਰਾ ਦਿਨ ਅੰਗਰੇਜ਼ੀ ਬੋਲਦੇ ਰਹਿਣਾ, ਉਹ ਪੰਜਾਬੀ ਬੋਲਣੀ ਨਹੀਂ। ਦੂਸਰੇ ਵੀ ਕੋਈ KPK ਤੋਂ ਸੀ ਸਟੂਡੈਂਟ, ਕੋਈ ਸਾਰਾ ਅੰਗਰੇਜ਼ੀ। ਸ਼ਾਮ ਨੂੰ ਮੈਂ ਬਾਹਰ ਨਿਕਲ ਜਾਣਾ ਪਹਾੜੀਆਂ ਦੇ ਵਿੱਚ ਤੇ ਉੱਚੀ ਉੱਚੀ ਪੰਜਾਬੀ ਦੇ ਵਿੱਚ ਗੱਲਾਂ ਕਿ ਤਾਂ ਕਿ ਥੋੜਾ ਬੰਦਾ ਨਾ ਉਹ ਰਿਲੈਕਸ ਹੋ ਜਾਵੇ। ਤੇ ਤੁਹਾਨੂੰ ਗੁੱਸੇ ਦੇ ਵਿੱਚ ਔਰ ਗਮ ਦੇ ਵਿੱਚ ਜਿਸ ਵੇਲੇ ਜਿਹੜੀ ਤੁਸੀਂ ਜ਼ੁਬਾਨ ਬੋਲੋ, ਜਿਸ ਉਹਦਾ ਗੁੱਸੇ ਦਾ ਔਰ ਗਮ ਦਾ ਇਜ਼ਹਾਰ ਕਰੋ, ਹਮੇਸ਼ਾ ਤੁਹਾਡੀ ਮਾਦਰੀ ਜ਼ੁਬਾਨ ਹੁੰਦੀ ਹੈ। ਮਾਂ ਬੋਲੀ 'ਚ ਤੁਸੀਂ ਦੁੱਖ ਹੋਇਆ ਹੋਵੇ ਉਹ ਵੀ ਤੁਸੀਂ ਆਪਣੀ ਮਾਂ ਬੋਲੀ ਦੇ 'ਚ ਕਰਦੇ ਹੋ। ਤੇ ਜਿਸ ਵੇਲੇ ਬਹੁਤ ਜ਼ਿਆਦਾ ਖੁਸ਼ੀ ਹੋਵੇ ਉਸ ਵੇਲੇ, ਤੇ ਜਿਸ ਵੇਲੇ ਗਾਲਾਂ ਕੱਢਣੀਆਂ ਹੋਣ ਉਸ ਵੇਲੇ ਆਪਣੀ ਮਾਂ ਬੋਲੀ ਦਾ ਰਿਲੈਕਸ ਹੁੰਦਾ। ਇਸ ਵਾਸਤੇ ਸਾਰੇ ਜਿੰਨੇ ਵੀ UK ਦੇ ਵਿੱਚ ਦੋਸਤ ਵਸਦੇ ਨੇ ਸਾਡੇ ਪੰਜਾਬੀ, ਉਹਨਾਂ ਨੂੰ ਅੱਲਾ ਸਲਾਮਤ ਰੱਖੇ ਇਸ ਕਰੋਨਾ ਵਾਇਰਸ ਦੇ ਵਿੱਚ ਔਰ ਉਹਨਾਂ ਨੂੰ ਤੰਦਰੁਸਤੀ ਰੱਖੇ, ਉਹਨਾਂ ਨੂੰ ਸਲਾਮਤੀ ਦੇਵੇ ਅੱਲਾ। ਔਰ ਹਮੇਸ਼ਾ ਜਿਹੜਾ ਹੈਗਾ ਆਪਣੇ ਜਿਹੜੇ ਦੂਸਰੇ ਚੈਨਲ ਵੀ ਸਾਡੇ ਕੰਮ ਕਰ ਰਹੇ ਨੇ, ਗੁਲਸ਼ਨ ਹੈਗਾ, ਉਸ ਤੋਂ ਬਾਅਦ ਅੰਬਰ ਹੈਗਾ, ਅਕਾਲ ਚੈਨਲ ਹੈ, ਸਿੱਖ ਚੈਨਲ ਹੈ, ਜਿੰਨੇ ਵੀ ਲੋਕ ਕੰਮ ਕਰ ਰਹੇ ਨੇ ਪੰਜਾਬੀ ਵਾਸਤੇ, ਸਾਡਾ ਮਾਣ ਹੈ। ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦਾ ਵੀ
शुक्रिया अदा करने और अगेन उन्होंने वास्ते दुआ करने तुहाडे वास्ते दुआ है कि सलामत रहो जींदे रहो पंजाबी नू ना भुलना क्योंकि असी अगर अपनी मां नू भुल गए तो फिर साडा कोई अग्गा पिछा नहीं रहना। बहुत शुक्रिया अख्तर हुसैन सिद्धू साहब, बहुत अच्छा लग्या तुहाडे नाल गल करके और तुहाडा पैगाम जिहड़ा इहदे राहीं जिहड़ा वै ਉਹ हर जगह ते पहुंचिया है। साडा मकसद भी यही है कि असी ਜਦੋਂ तक कंसेंसस है, ਜਦੋਂ तक 21 मार्च है 2021 तक ਅਸੀਂ ਇਹ ਸਫ਼ਰ ਜਿਹੜਾ ਵੈ ਅਸੀਂ ਸਭ ਨੇ ਮਿਲ ਜੁਲ ਕੇ ਇੱਕ ਦੂਜੇ ਨਾਲ ਹੱਥ ਫੜ ਕੇ ਤੇ ਫੇਰ ਹੀ ਇਹ ਚੱਲਣਾ ਹੈ ਤੇ ਅਸੀਂ ਜਿੱਤਣਾ ਹੈਗਾ। ਤੇ ਬਹੁਤ ਮਿਹਰਬਾਨੀ, ਤੁਹਾਨੂੰ ਫੇਰ ਵੀ ਅਸੀਂ ਜ਼ਹਿਮਤ ਦਿੰਦੇ ਰਵਾਂਗੇ ਤੇ वेलकम जी, थैंक यू सो मच, थैंक यू, बहुत शुक्रिया, बहुत मेहरबानी। खुदा हाफिज, जिंदे वास्ते रहो जी। सारे दोस्तों को अस्सलाम वालेकुम, सत श्री अकाल और नमस्कार। बहुत बहुत मेहरबानी, बहुत शुक्रिया, थैंक यू।